ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਹੋਏਗੀ ਗਾਣਿਆਂ ਦੇ ਵਿੱਚ ਪ੍ਰਮੋਟ ਹੁੰਦੇ ਹਥਿਆਰੀ ਕਲਚਰ ਦੀ। ਪੰਜਾਬੀ ਗਾਣਿਆਂ ਦੇ ਵਿੱਚ ਹਥਿਆਰਾਂ ਦਾ ਚਲਣ ਇਸ ਕਦਰ ਵੱਧ ਚੁੱਕਿਆ ਹੈ ਕਿ ਨੌਜਵਾਨ ਆਪਣੇ ਆਪ ਨੂੰ ਉਸ ਨਾਲ ਰਿਲੇਟ ਕਰਦੇ ਨੇ। ਬਹੁਤ ਸਾਰੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਪਿਛਲੇ ਸਮੇਂ ਦੇ ਵਿੱਚ ਔਰ ਉਸ ਦੇ ਵਿੱਚ ਬਹੁਤ ਵੱਡਾ ਰੋਲ ਪ੍ਰੋਵੋਕਿੰਗ ਦਾ ਹੈ। ਕਿਸ ਤਰੀਕੇ ਨਾਲ ਨੌਜਵਾਨਾਂ ਨੂੰ ਪ੍ਰੋਵੋਕ ਕੀਤਾ ਜਾਂਦਾ ਹੈ ਜਾਂ ਆਪਣਾ ਫੇਮ ਵਧਾਉਣ ਦੇ ਚੱਕਰ ਦੇ ਵਿੱਚ ਕਈ ਗਾਇਕ ਇਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਨੇ, ਜਿਸ ਬਾਰੇ ਸਮਾਜ ਦੇ ਵਿੱਚ ਅੱਜ ਕੱਲ ਇਹ ਬਹੁਤ ਜ਼ਿਆਦਾ ਮੰਨਿਆ ਜਾਣ ਲੱਗਿਆ, ਬਹੁਤ ਜ਼ਿਆਦਾ ਸਮਝਿਆ ਜਾਣ ਲੱਗਿਆ ਕਿ ਨੌਜਵਾਨਾਂ ਤੇ ਇਸ ਦਾ ਗਲਤ ਅਸਰ ਪੈ ਰਿਹਾ ਹੈ ਔਰ ਕਿਤੇ ਨਾ ਕਿਤੇ ਵਾਰਦਾਤਾਂ ਦੇ ਲਈ ਉਤਸ਼ਾਹਿਤ ਕਰਦੇ ਨੇ ਐਸੇ ਪੰਜਾਬੀ ਗੀਤ, ਐਸੇ ਪੰਜਾਬੀ ਗਾਣੇ। ਸੋ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਪੀਲ ਕੀਤੀ ਹੈ ਔਰ ਅਪੀਲ ਇਸ ਚੇਤਾਵਨੀ ਦੇ ਨਾਲ ਕੀਤੀ ਗਈ ਹੈ ਕਿ ਜੇ ਅਪੀਲ ਮੰਨੀ ਜਾਏਗੀ ਤਾਂ ਚੰਗੀ ਗੱਲ ਹੈ, ਨਹੀਂ ਤੇ ਫਿਰ ਕਾਰਵਾਈ ਹੋਏਗੀ ਜਿਹੜਾ ਵੀ ਸਿੰਗਰ ਗਾਣਿਆਂ ਨੂੰ ਪ੍ਰਮੋਟ ਕਰੇਗਾ। ਇਸ ਤੋਂ ਪਹਿਲਾਂ ਵੀ ਹਾਈ ਕੋਰਟ ਦੇ ਵਿੱਚ ਵੀ ਇਹ ਮਾਮਲੇ ਗਏ ਨੇ। ਅਦਾਲਤਾਂ ਦੇ ਆਦੇਸ਼ਾਂ ਤੇ ਪੁਲਿਸ ਮਹਿਕਮੇ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਕੁਝ ਸਮਾਂ ਪਹਿਲਾਂ ਡੀਜੇ ਨੂੰ ਲੈ ਕੇ ਬੈਨ ਲਗਾਇਆ ਗਿਆ ਸੀ ਕਿ ਡੀਜੇ ਦੇ ਉੱਤੇ ਜਿਹੜੇ ਹੈ ਇਸ ਤਰੀਕੇ ਦੇ ਹਥਿਆਰੀ ਗਾਣੇ, ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਣੇ ਜਾਂ ਵਲਗਰ ਜਿਹੜੇ ਗਾਣੇ ਨੇ ਉਹ ਨਹੀਂ ਚੱਲਣਗੇ ਕਿਉਂਕਿ ਇਸ ਦੇ ਨਾਲ ਸਮਾਜ ਦੇ ਵਿੱਚ ਮਾੜਾ ਪ੍ਰਭਾਵ ਜਾਂਦਾ ਹੈ। ਸੋ ਇਸ ਕਰਕੇ ਉਹਨਾਂ ਨੂੰ ਰੋਕਿਆ ਜਾਵੇ। ਪਰ ਅਸਲ ਦੇ ਵਿੱਚ ਇਹ ਗਰਾਊਂਡ ਲੈਵਲ ਤੇ ਕਿੰਨਾ ਕੁ ਲਾਗੂ ਹੋ ਰਿਹਾ ਇਹ ਵੀ ਇਸ ਵੇਲੇ ਇੱਕ ਗੰਭੀਰ ਵਿਸ਼ਾ ਹੈ। ਸੋ ਬੜੇ ਸਾਰੇ ਸਵਾਲ ਨੇ ਨਿਊਜ਼ 18 ਦੇ ਕਿ ਕੀ ਗੀਤਾਂ 'ਚ ਦਿਖਾਏ ਜਾ ਰਹੇ ਗਨ ਕਲਚਰ ਨਾਲ ਮਾੜਾ ਅਸਰ ਪੈ ਰਿਹਾ ਹੈ, ਕੀ ਗਨ ਕਲਚਰ ਵਾਲੇ ਗੀਤ ਨੌਜਵਾਨਾਂ ਨੂੰ ਭੜਕਾ ਰਹੇ ਨੇ, ਕਿ ਮੁੱਖ ਮੰਤਰੀ ਦੀ ਅਪੀਲ ਦਾ ਹੁਣ ਗਾਇਕਾਂ ਤੇ ਅਸਰ ਹੋਏਗਾ, ਕਿ ਸਰਕਾਰ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਤੇ ਵਾਕਿਆ ਹੀ ਕਾਰਵਾਈ ਕਰੇਗੀ। ਇਹ ਵੀ ਬਹੁਤ ਵੱਡਾ ਸਵਾਲ ਹੈ। ਕੀ ਹਥਿਆਰਾਂ ਵਾਲੇ ਗੀਤ ਹਿੱਟ ਹੋਣ ਦਾ ਸੌਖਾ ਫਾਰਮੂਲਾ ਨੇ ਕਿਸੇ ਵੀ ਗਾਇਕ ਦੇ ਲਈ? ਕੀ ਗੀਤਾਂ 'ਚੋਂ ਗਨ ਕਲਚਰ ਰੋਕ ਕੇ ਸਮਾਜ 'ਚ ਸੁਧਾਰ ਹੋਏਗਾ? ਕੀ ਗੀਤ ਹੀ ਨੌਜਵਾਨਾਂ ਨੂੰ ਭੜਕਾਉਣ ਦਾ ਇੱਕੋ ਇੱਕ ਜ਼ਰੀਆ ਨੇ ਜਾਂ ਹੋਰ ਵੀ ਕੋਈ ਜ਼ਰੀਏ ਨੇ ਜਿਹਦੇ ਕਰਕੇ ਨੌਜਵਾਨ ਗੁੰਮਰਾਹ ਹੋ ਰਹੇ ਨੇ? ਇਹ ਇਸ ਵੇਲੇ ਨਿਊਜ਼ 18 ਦੇ ਸਭ ਤੋਂ ਵੱਡੇ ਸਵਾਲ ਨੇ। ਮਹਿਮਾਨ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਅੱਗੇ ਵਧਾਵਾਂਗੇ। ਪਹਿਲਾਂ ਇੱਕ ਰਿਪੋਰਟ ਦਿਖਾਉਣੀ ਹੈ। ਗੀਤਾਂ ਵਿੱਚ ਸੁਰਾਂ ਦੀ ਥਾਂ ਠਾਠਾ ਅਤੇ ਕਲਾਕਾਰਾਂ ਦੀ ਥਾਂ ਗੈਂਗਸਟਰਾਂ ਦੀ ਚੜ੍ਹਾਈ ਨੇ ਪੰਜਾਬ ਸਰਕਾਰ ਸਾਹਮਣੇ ਜੋ ਸਵਾਲ ਖੜਾ ਕੀਤਾ ਉਸ ਤੇ ਪੰਜਾਬ ਸਰਕਾਰ ਨੂੰ ਸਖਤ ਹੋਣਾ ਪਿਆ। ਮੁੱਖ ਮੰਤਰੀ ਨੇ ਸਖਤੀ ਵਿਖਾਉਂਦਿਆਂ ਅਪੀਲ ਦੇ ਨਾਲ ਹੀ ਚੇਤਾਵਨੀ ਵੀ ਦੇ ਦਿੱਤੀ। ਮੁੱਖ ਮੰਤਰੀ ਦੇ ਹੁਕਮਾਂ ਵਿੱਚ ਕਿਹਾ ਗਿਆ ਗੀਤਾਂ ਦੇ ਰਾਹੀਂ ਹਿੰਸਾ ਫੈਲਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ, ਇਸ ਲਈ ਭੜਕਾਊ ਗੀਤਾਂ ਤੋਂ ਗੁਰੇਜ਼ ਕਰੋ। ਹਿੰਸਾ, ਨਫ਼ਰਤ ਅਤੇ ਦੁਸ਼ਮਣੀ ਵਾਲੇ ਗੀਤ ਸਵੀਕਾਰ ਹੀ ਨਹੀਂ। ਸਮਾਜ ਵਿਰੋਧੀ ਗਤੀਵਿਧੀਆਂ ਨੂੰ ਤੂਲ ਨਾ ਦਿੱਤਾ ਜਾਵੇ ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਤੇ ਜ਼ੋਰ ਦਿੱਤਾ ਜਾਵੇ। ਗੀਤਾਂ ਦੇ ਜ਼ਰੀਏ ਭਾਈਚਾਰਕ ਸਾਂਝ, ਸ਼ਾਂਤੀ ਅਤੇ ਸਦਭਾਵਨਾ ਨੂੰ ਮਜ਼ਬੂਤ ਕੀਤਾ ਜਾਵੇ ਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਪ੍ਰਫੁੱਲਤ ਕੀਤਾ ਜਾਵੇ। ਗਨ ਕਲਚਰ ਨੂੰ ਵਧਾਵਾ ਦੇਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਵੀ ਹੋਵੇਗੀ। ਮੁੱਖ ਮੰਤਰੀ ਵੱਲੋਂ ਦਿੱਤੇ ਗਏ ਹੁਕਮਾਂ ਦੀ ਪ੍ਰੋੜਤਾ ਮੰਤਰੀਆਂ ਅਤੇ ਪਾਰਟੀ ਆਗੂਆਂ ਨੇ ਵੀ ਕੀਤੀ। ਤੇ ਜਦੋਂ ਗਾਉਣ ਵਾਲਿਆਂ ਨੂੰ ਹਥਿਆਰਾਂ ਦੇ ਨਾਲ ਗਾਣਿਆਂ ਦੇ ਵਿੱਚ ਵੇਖਦੀ ਹੈ ਤਾਂ ਬੜੀ ਛੇਤੀ ਪ੍ਰਭਾਵਿਤ ਹੁੰਦੀ ਹੈ। ਪੰਜਾਬੀਅਤ ਇੱਕ ਸੇਵਾ ਭਾਵ ਹੈ। ਮੈਂ ਆਪਣੇ ਕਲਾਕਾਰ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਹਾਂ, ਪੰਜਾਬ ਅਤੇ ਪੰਜਾਬੀਅਤ ਦੇ ਨਕਸ਼ੇ ਕਦਮਾਂ ਦੇ ਚੱਲਦੇ ਹੋਏ ਭਾਈਚਾਰਾ, ਸ਼ਾਂਤੀ, ਸਦਭਾਵਨਾ ਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਾਂ ਸਾਰੇ ਰਲ ਮਿਲ ਕੇ ਮਾਨ ਸਰਕਾਰ ਦਾ ਸਾਥ ਦੇਈਏ। ਤੇ ਮਾਨ ਸਰਕਾਰ ਜਿੰਨੇ ਵੀ ਕੰਮ ਕਰ ਰਹੀ ਆ ਬਹੁਤ ਵਧੀਆ ਕਰ ਰਹੀ ਆ। ਜੇ ਆਪਾਂ ਜ਼ਮੀਨ ਤੇ ਲੋਕਾਂ ਦੀ ਰਾਏ ਲਈਏ ਤੇ ਲੋਕ ਵਾਕਈ ਕਹਿ ਰਹੇ ਨੇ ਕਿ ਵਾਕਈ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਬਣੀ ਆ। ਹਾਲਾਂਕਿ ਸਰਕਾਰ ਦੇ ਇਸ ਐਲਾਨ ਤੇ ਵਿਰੋਧੀਆਂ ਦੀ ਰਾਏ ਵੱਖੋ-ਵੱਖ ਨਜ਼ਰ ਆਈ। ਕਾਂਗਰਸ ਦੇ ਯੂਥ ਵਿੰਗ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਤਾਂ ਦਾਅਵਾ ਇੱਥੇ ਤੱਕ ਕਰ ਦਿੱਤਾ ਕਿ ਇਹ ਸਿਰਫ ਬਿਆਨ ਹੈ ਅਤੇ ਹੋਣਾ ਕੱਖ ਨਹੀਂ, ਤੇ ਜੇਕਰ ਅਜਿਹਾ ਕਰਨਾ ਹੈ ਤਾਂ ਫਿਰ ਫਿਲਮ ਇੰਡਸਟਰੀ ਨੂੰ ਵੀ ਬੰਦ ਕਰਨਾ ਚਾਹੀਦਾ ਹੈ। ਉਧਰ ਸਰਕਾਰ ਦੇ ਇਸ ਫੈਸਲੇ ਦੀ ਭਾਜਪਾ ਨੇ ਸ਼ਲਾਘਾ ਕੀਤੀ, ਜਦਕਿ ਅਕਾਲੀ ਦਲ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਤਾਂ ਚੰਗਾ ਹੈ ਪਰ ਨਾਲ ਹੀ ਉਹਨਾਂ ਨੂੰ ਨੌਜਵਾਨਾਂ ਨੂੰ ਵੀ ਮੋਟੀਵੇਟ ਕਰਨਾ ਚਾਹੀਦਾ ਹੈ। ਕੀ ਇਹ ਬੈਨ ਰਹੂਗਾ ਨਹੀਂ ਰਹੂਗਾ, ਫਿਲਮ ਇੰਡਸਟਰੀ ਦੇ ਵਿੱਚ ਪੋਸੀਬਲ ਹੋਊਗਾ ਕਿ ਨਹੀਂ, ਇਹ ਸਿਰਫ ਅੱਜ ਬਿਆਨ ਦੇ ਦਿੱਤਾ, ਹੋਣਾ ਕੱਖ ਨਹੀਂ। ਨਾ ਤਾਂ ਸਿੰਗਰਾਂ ਨੇ ਹਟਣਾ, ਨਾ ਇਹ ਕਲਚਰ ਦੇ ਵਿੱਚ ਜਿਹੜੀ ਇਹ ਗੱਲ ਕਰ ਰਹੇ ਆ ਵੀ ਇਹ ਚੀਜ਼ ਦੇ ਵਿੱਚ ਕੋਈ ਇਹਨਾਂ ਦੇ ਇਹਦੇ ਨਾਲ ਕੋਈ ਫਰਕ ਪੈਣਾ। ਇਹ ਸਿਰਫ ਤੇ ਸਿਰਫ ਇੱਕ ਅੱਜ ਬਿਆਨ ਦੇਣ ਦੀ ਗੱਲ ਆ। ਤੁਸੀਂ 10 ਦਿਨਾਂ ਨੂੰ ਵੇਖਿਓ ਨਵਾਂ ਗਾਣਾ ਆਇਆ ਹੀ ਲਓ, ਭਾਵੇਂ ਤੁਸੀਂ ਆਪਣਾ ਹੀ ਕਹਿੰਦਾ 3 ਦਿਨਾਂ ਨੂੰ ਵੇਖ ਲਓ, ਕਿਸੇ ਨਾ ਕਿਸੇ ਨੇ ਨਵਾਂ ਕੱਢਿਆ ਲੈਣਾ ਔਰ ਫਿਰ ਵੇਖਦੇ ਹੋ ਤੇ ਕੀ ਐਕਸ਼ਨ ਕਰਨਗੇ। ਅਲੀ ਜਮਾ ਫੈਲਾਉਣ ਵਾਸਤੇ ਪੰਜਾਬ ਸਰਕਾਰ ਬੜੀ ਤਾਕਤ ਹੈ, ਪੰਜਾਬੀਆਂ ਨੇ ਇਹਨਾਂ ਨੂੰ ਦਿੱਤੀ ਹੈ।
ਅਗਰ ਉਹ ਬਾਕੀ ਲਚਰ ਗਾਇਕੀ ਨੂੰ ਰੋਕਣਾ ਚਾਹੁੰਦੇ ਆ ਜਿਹਦੇ ਨਾਲ ਸਾਡਾ ਪੰਜਾਬ ਦੀ ਨੌਜਵਾਨੀ ਨੂੰ ਨੁਕਸਾਨ ਹੋ ਰਿਹਾ, ਅਗਰ ਉਹਨੂੰ ਵਾਕਈ ਰੋਕਣਾ ਚਾਹੁੰਦੇ ਨੇ ਤੇ ਕੋਈ ਅੱਛੇ ਢੰਗ ਨਾਲ ਉਹਦਾ ਯੋਜਨਾ ਬਣਾ ਕੇ ਇੰਪਲੀਮੈਂਟ ਕਰਨ ਤਾਂ ਜੋ ਇਹ ਰੁਕ ਸਕੇ। ਕਿਉਂ ਨਾ ਜਿਹੜਾ ਗੀਤ ਗਾਏ ਜਾਣ ਉਹ ਪੰਜਾਬ ਸਰਕਾਰ ਪਾਸ ਕਰੇ, ਐਸੀ ਵੀ ਯੋਜਨਾ ਬਣ ਸਕਦੀ ਹੈ। ਜੇ ਕੇਂਦਰ ਲੈਵਲ ਤੇ ਸੈਂਸਰ ਬੋਰਡ ਹੈਗਾ ਤੇ ਉਸ ਤਰ੍ਹਾਂ ਪੰਜਾਬ ਲੈਵਲ ਤੇ ਵੀ ਕੋਈ ਇਸ ਤਰ੍ਹਾਂ ਦਾ ਬੋਰਡ ਬਣ ਜੇ ਕਿ ਜਿਹੜੇ ਗਾਣੇ ਗਾਏ ਜਾਣੇ ਆ ਉਹ ਇੱਕ ਵਾਰੀ ਜ਼ਰੂਰ ਉਹ ਕੋਈ ਬੋਰਡ ਕੋਈ ਪਾਸ ਕਰੇ ਉਹਨੂੰ। ਦੇਖੋ ਗੱਲ ਇਹ ਵੀ ਗਾਣਿਆਂ ਦੇ ਉੱਤੇ ਮਾੜਿਆਂ ਦੇ ਉੱਤੇ ਪਾਬੰਦੀ ਲਾਓ, ਉਹਦੇ 'ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਪਰ ਉਸ ਤੋਂ ਵੀ ਬੈਟਰ ਹੈ ਕਿ ਮੋਟੀਵੇਟ ਕਰੋ ਯੂਥ ਨੂੰ ਔਰ ਚੰਗੇ ਜਿਹੜੇ ਗਾਣੇ ਆ ਉਹਨੂੰ ਪ੍ਰਮੋਟ ਕਰੋ, ਚੰਗਾ ਜਿਹੜਾ ਕਲਚਰ ਹੈ ਉਹਨੂੰ ਮੌਕਾ ਦਿਓ, ਉਹਨੂੰ ਕੋਈ ਇਨਸੈਂਟਿਵ ਦਿਓ, ਜਿਹੜਾ ਕੋਈ ਕਲਚਰ ਨੂੰ ਪੋਜ਼ਿਟਿਵਲੀ ਪੇਸ਼ ਕਰ ਰਿਹਾ ਉਸ ਬੰਦੇ ਨੂੰ ਪ੍ਰਮੋਟ ਕਰੋ ਅਤੇ ਉਹਦੇ ਨਾਲ ਨੈਚੁਰਲੀ ਹੈ ਕਿ ਜਿਹੜਾ ਚੰਗਾ ਪੱਖ ਹੈ ਹੋ ਕੇ ਆਉਂਦਾ, ਮਾੜਾ ਪੱਖ ਹੌਲੀ ਹੌਲੀ ਪਿੱਛੇ ਜਾਂਦਾ। ਸੋ ਸਰਕਾਰ ਦੇ ਐਲਾਨ ਨੇ ਸਿਆਸੀ ਚਰਚਾ ਤਾਂ ਇਸ ਪੂਰੇ ਮੁੱਦੇ ਤੇ ਸ਼ੁਰੂ ਕਰ ਦਿੱਤੀ ਹੈ, ਪਰ ਸਵਾਲ ਇਸ ਗੱਲ ਨੂੰ ਲੈ ਕੇ ਹੈ ਕਿ ਸਰਕਾਰ ਇਸ ਪੂਰੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦੀ ਕਿਵੇਂ ਹੈ, ਕਿਉਂ ਜੋ ਵਿਰੋਧੀ ਧਿਰਾਂ ਚੋਂ ਇੱਕ ਕਾਂਗਰਸ ਨੇ ਤਾਂ ਸਿੱਧੇ ਤੌਰ ਤੇ ਇਸ ਦੇ ਲਾਗੂ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਹੈ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ, ਕਿਉਂਕਿ ਇਸ ਵੇਲੇ ਜ਼ਿਕਰ ਜਿਹੜਾ ਹੈ ਉਹ ਗੀਤਾਂ ਦੇ ਵਿੱਚ ਗਨ ਕਲਚਰ ਦਾ ਹੋ ਰਿਹਾ। ਸਾਡੇ ਨਾਲ ਮਹਿਮਾਨ ਜੁੜ ਰਹੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਵਿਚਾਰ ਜਾਣਾਂਗੇ। ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੀ ਜੁੜੇ ਨੇ, ਸਪੋਕਸਪਰਸਨ ਨੇ, ਬਹੁਤ ਬਹੁਤ ਸਵਾਗਤ ਹੈ ਗਰਗ ਸਾਹਿਬ। ਪੰਡਿਤ ਰਾਓ ਦਰੇਨਵਰ ਜੁੜੇ ਨੇ ਸਾਡੇ ਨਾਲ, ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੰਜਾਬੀ ਦੇ ਲਈ ਲੜਾਈ ਲੜ ਰਹੀ, ਪਹਿਲਾਂ ਫਿਰ ਉਸ ਤੋਂ ਬਾਅਦ ਗੀਤਾਂ ਦੇ ਵਿੱਚ ਗਨ ਕਲਚਰ, ਹਥਿਆਰੀ, ਸ਼ਰਾਬੀ ਗਾਣੇ ਜਿਹੜੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਦੇ ਵਿੱਚ ਐਫਰਟਸ ਕਰ ਰਹੇ ਨੇ। ਗੁਰਵਿੰਦਰ ਸਿੰਘ ਨੇ ਸਾਡੇ ਨਾਲ, ਐਡਵੋਕੇਟ ਗੁਰਵਿੰਦਰ ਸਿੰਘ ਜੁੜੇ ਨੇ, ਜਿਹੜੇ ਵਕੀਲ ਨੇ ਔਰ ਲਾਅ ਨੂੰ ਬੜੇ ਬਾਖੂਬੀ ਜਾਣਦੇ ਨੇ ਔਰ ਉਹਨਾਂ ਦੇ ਨਾਲ ਡੀਲ ਵੀ ਕਰ ਰਹੇ ਨੇ ਐਸੇ ਕੇਸਾਂ ਦੇ ਨਾਲ। ਸਿੱਧੂ ਮੂਸੇਵਾਲਾ ਦੇ ਵਕੀਲ ਨੇ, ਇਹਨਾਂ ਤੋਂ ਵੀ ਗੱਲਬਾਤ ਕਰਾਂਗੇ। ਔਰ ਪੰਮੀ ਬਾਈ ਸਾਡੇ ਨਾਲ, ਪੰਜਾਬੀ ਸਿੰਗਰ ਜੁੜੇ ਨੇ, ਜਿਨ੍ਹਾਂ ਨੇ ਕਦੇ ਵੀ ਗਨ ਕਲਚਰ ਨੂੰ ਪ੍ਰਮੋਟ ਨਹੀਂ ਕੀਤਾ। ਅੱਜ ਤੱਕ ਜਿੰਨੇ ਵੀ ਗਾਣੇ ਆਏ ਨੇ ਉਹ ਨਿਰੋਲ ਸੱਭਿਆਚਾਰਕ ਗੀਤ ਪੰਮੀ ਬਾਈ ਦੇ, ਔਰ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਹੈ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਪੰਮੀ ਬਾਈ ਜੀ, ਮੈਂ ਤੁਹਾਡੇ ਤੋਂ ਹੀ ਸ਼ੁਰੂਆਤ ਕਰ ਲੈਣਾ। ਸਭ ਤੋਂ ਪਹਿਲਾਂ ਤਾਂ ਮੈਨੂੰ ਕਹਿਣ 'ਚ ਕੋਈ ਹਿਚਕ ਨਹੀਂ ਹੈ ਔਰ ਮੈਂ ਇਹ ਗੱਲ ਠੋਕ ਕੇ ਕਹਿਣਾ ਕਿ ਤੁਸੀਂ ਇਸ ਚੀਜ਼ ਨੂੰ ਲੈ ਕੇ ਵਧਾਈ ਦੇ ਪਾਤਰ ਹੋ ਕਿ ਘੱਟੋ ਘੱਟ ਤੁਸੀਂ ਕਿਸੇ ਹਥਿਆਰਾਂ ਵਾਲੇ ਗਾਣੇ ਨੂੰ, ਕਿਸੇ ਐਸੇ ਗਾਣੇ ਨੂੰ ਪ੍ਰਮੋਟ ਨਹੀਂ ਕੀਤਾ ਜਿਹੜਾ ਸਾਡੇ ਕਲਚਰ, ਸਾਡੇ ਸਮਾਜ ਨੂੰ ਹਿੱਟ ਕਰਦਾ ਹੋਵੇ ਗਲਤ ਤਰੀਕੇ ਨਾਲ, ਗਲਤ ਵੇ ਦੇ ਵਿੱਚ। ਸੋ ਤੁਸੀਂ ਖੁਦ ਇਸ ਬਾਬਤ ਕੀ ਸੋਚਦੇ ਹੋ? ਹਾਲੇ ਤੇ ਮੁੱਖ ਮੰਤਰੀ ਅਪੀਲ ਕਰ ਰਹੇ ਨੇ, ਪਰ ਇਹ ਕੋਈ ਪਹਿਲੀ ਅਪੀਲ ਨਹੀਂ ਹੈ। ਜੇ ਮੈਂ ਬਹੁਤ ਪਿੱਛੇ ਚਲਾ ਜਾਵਾਂ, ਅਕਾਲੀ ਸਰਕਾਰ ਵੇਲੇ ਤੋਂ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਨੇ, ਗੱਲਾਂ ਬਹੁਤ ਹੋਈਆਂ ਨੇ, ਪਰ ਅਮਲ ਕਦੇ ਵੀ ਨਹੀਂ ਹੋਇਆ। ਦੇਖੋ, ਸਭ ਤੋਂ ਪਹਿਲਾਂ ਤੇ ਮੈਂ ਆਪਣੇ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ ਵਧਾਈ ਪੇਸ਼ ਕਰਦਾ ਕਿ ਉਹ ਖੁਦ ਆਪ ਵਜਾਤੇ ਖੁਦ ਕਲਾਕਾਰ ਨੇ ਤੇ ਇਸ ਗੱਲ ਨੂੰ ਬਹੁਤ ਬਰੀਕੀ ਤੋਂ ਉਹ ਸਮਝਦੇ ਵੀ ਨੇ ਤੇ ਉਹਨਾਂ ਨਾਲ ਮੇਰੀ ਟੈਲੀਫੋਨ ਤੇ ਕੁਝ ਦਿਨ ਪਹਿਲਾਂ ਵਾਰਤਾਲਾਪ ਵੀ ਹੋਈ ਸੀ ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਇੱਕ ਸੁਚੱਜੇ ਢੰਗ ਨਾਲ ਪੰਜਾਬ ਦੇ ਕਲਚਰ ਨੂੰ, ਪੰਜਾਬੀਅਤ ਨੂੰ ਤੇ ਪੰਜਾਬੀ ਜ਼ਬਾਨ ਨੂੰ ਇੰਨਾ ਕੁ ਉੱਪਰ ਚੱਕ ਦਿਓ ਤਾਂ ਕਿ ਆਉਣ ਵਾਲੀ ਦੁਨੀਆ ਤੱਕ ਤੁਹਾਡੀਆਂ ਗੱਲਾਂ ਹੋਣ ਤੇ ਕਲਾਕਾਰਾਂ ਦੇ ਮਸੀਹੇ ਬਣ ਕੇ ਇਸ ਕੈਨਵਸ ਦੇ ਉੱਤੇ ਛਾ ਜਾਓ। ਸੋ ਉਹਨਾਂ ਨੇ ਕਿਹਾ ਵੀ ਸੀ ਕਿ ਤੁਸੀਂ ਸਾਨੂੰ ਲਿਖ ਕੇ ਆਪਦੀ ਫੀਡਬੈਕ ਭੇਜੋ, ਕਿਉਂਕਿ ਸੱਚ ਪੁੱਛਦੇ ਹੋ ਅੱਜ ਤੱਕ ਸਿਰਫ ਲੋਕਾਂ ਨੇ ਕਿਹਾ ਹੀ ਹੈ, ਉਹਨਾਂ ਨੇ ਉੱਤੇ ਅਮਲ ਨਹੀਂ ਕੀਤਾ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਹੋਣੀ ਉਹਨਾਂ ਨੇ ਹਾਲੇ ਸਿਰਫ ਅਪੀਲ ਕੀਤੀ ਹੈ ਤੇ ਫਿਰ ਉਹ ਸਖਤੀ ਨਾਲ ਵੀ ਇਸ ਗੱਲ ਨੂੰ ਵੇਖਣਗੇ ਤੇ ਇਸ ਗੱਲ ਦੀ ਮੈਨੂੰ ਪੂਰਨ ਉਮੀਦ ਹੈ। ਪਰ ਤੁਸੀਂ ਸਮਝਦੇ ਹੋ ਕਿ ਜਿਹੜਾ ਗਨ ਕਲਚਰ ਗਾਣਿਆਂ ਦੇ ਵਿੱਚ ਪ੍ਰਮੋਟ ਹੁੰਦਾ ਹੈ, ਇਹ ਨੌਜਵਾਨਾਂ ਤੇ ਸਿੱਧਾ ਸਿੱਧਾ ਬੁਰਾ ਅਸਰ ਪਾਉਂਦਾ। ਔਰ ਪਿਛਲੇ ਸਮੇਂ ਦੇ ਵਿੱਚ ਜੇ ਪੰਜਾਬ ਦੀ ਤਸਵੀਰ ਵਿਗੜੀ ਹੈ, ਅੱਜ ਹੀ ਪੰਜਾਬ ਦੇ ਡੀਜੀਪੀ ਪ੍ਰੈਸ ਕਾਨਫਰੰਸ ਕਰ ਰਹੇ ਸੀ ਕਿ ਹੁਣ ਗੈਂਗਸਟਰ ਦਾ ਤੇ ਟੈਰਰਿਜ਼ਮ ਦਾ ਇੱਕ ਨੈਕਸਸ ਬਣ ਗਿਆ, ਜਿਹੜਾ ਅਟੈਕ ਹੋਇਆ ਮੋਹਾਲੀ ਦੇ ਵਿੱਚ ਇੰਟੈਲੀਜੈਂਸ ਆਫਿਸ ਦੇ ਵਿੱਚ। ਸੋ ਕਿਤੇ ਨਾ ਕਿਤੇ ਉਸ ਦਾ ਜੇ ਇੱਕ ਛੋਟਾ ਸਿਰਾ ਵੀ ਸਮਝ ਲਈਏ ਤਾਂ ਇਹ ਸਿਰਾ ਕਿਤੇ ਨਾ ਕਿਤੇ ਉਸ ਦੀ ਵਜ੍ਹਾ ਤਾਂ ਬਣਦਾ। ਦੇਖੋ, ਇਹਦੇ 'ਚ ਦੋ ਰਾਹਾਂ ਵੱਖ-ਵੱਖ ਤੁਰਦੀਆਂ ਨੇ। ਵਕੀਲ ਸਾਹਿਬ ਤੁਹਾਡੇ ਨਾਲ ਨੇ ਜੀ ਤੇ ਪੰਡਿਤ ਜੀ ਹੁਣੇ ਵੀ ਤੁਹਾਡੇ ਨਾਲ ਨੇ, ਕਿਉਂਕਿ ਇਹਦੇ 'ਚ ਨਾ ਇੱਕ ਇਹ ਵਿਸ਼ਾ ਪਹਿਲਾਂ ਪੜਚੋਲ ਕਰਨ ਵਾਲਾ ਹੈ ਕਿ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਿਉਂ ਕੀਤਾ ਜਾਂਦਾ ਹੈ, ਇਹਨਾਂ ਚੀਜ਼ਾਂ ਦੇ ਪਿੱਛੇ ਕੌਣ ਹੈਗਾ, ਕਿਹੜੇ ਲੋਕ ਨੇ ਜਿਹੜੇ ਉਕਸਾਉਂਦੇ ਨੇ ਕਿ ਇਸ ਤਰ੍ਹਾਂ ਕਰੋ।
ਤੇ ਉਹ ਉਸ ਗੱਲ ਨੂੰ ਜਿੰਨੀ ਦੇਰ ਤੱਕ ਪ੍ਰੋਪਰ ਵੇ ਨਾਲ ਸਮਝਿਆ ਨਹੀਂ ਜਾਊਗਾ, ਕਿਉਂਕਿ ਇੱਥੇ ਪਿੱਛੇ ਜੇ ਅੱਜ ਤੋਂ 10 ਸਾਲ ਪਹਿਲਾਂ 10 ਦੇ ਵੀ 15 ਸਾਲ ਹੋ ਚੱਲੇ ਨੇ, ਉਹ ਤੋਂ ਪਹਿਲਾਂ ਵੀ ਇਹ ਵਿਸ਼ਾ ਜਿਹੜਾ ਹੈਗਾ ਇੱਕ ਸਰਕਾਰ ਵਕਤ ਉੱਠਿਆ ਸੀ ਕਿ ਜੀ ਗਨ ਕਲਚਰ ਤੇ ਲੱਚਰਤਾ ਦਾ ਬੜਾ ਪ੍ਰਭਾਵ ਪੈ ਰਿਹਾ ਹੈ ਤੇ ਉਹਦੇ ਬਾਰੇ ਕੀ ਕਰੋਗੇ। ਤੇ ਉਸ ਟਾਈਮ ਦੇ ਉੱਤੇ ਹਨੀ ਸਿੰਘ ਨੇ ਕੋਈ ਇਸ ਤਰ੍ਹਾਂ ਦਾ ਗਾਣਾ ਗਾਇਆ ਤੇ ਹਾਈ ਕੋਰਟ ਨੇ ਕੁਐਸਚਨ ਕੀਤਾ ਪੰਜਾਬ ਸਰਕਾਰ ਨੂੰ ਕਿ ਤੁਸੀਂ ਦੱਸੋ ਇਹ ਤੇ FIR ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ। ਸੋ ਉੱਥੇ ਬੜਾ ਇਸ ਗੱਲ ਦਾ ਕਹਿੰਦੇ ਨੇ ਜਿਹੜਾ ਹੈਗਾ ਉਹ ਉਹਨਾਂ ਟਾਈਮਾਂ ਦੇ ਉੱਤੇ ਵੀ ਇਹ ਇੱਕ ਇਸ਼ੂ ਕ੍ਰੀਏਟ ਹੋ ਗਿਆ ਕਿ ਕੀ ਕੀਤਾ ਜਾਵੇ, ਲੱਚਰਤਾ ਨੂੰ ਕਿਵੇਂ ਡਿਫਾਈਨ ਕੀਤਾ ਜਾਵੇ। ਸੋ ਇਹਦੇ ਵਿੱਚ ਬੜਾ ਮਤਲਬ ਕਿ ਜਿਹੜੇ ਲੋਕਾਂ ਦਾ ਰੁਝਾਨ ਹੈਗਾ ਉਹ ਸਾਹਮਣੇ ਰੱਖਣਾ ਪੈਣਾ ਹੈ ਤੇ ਕਿਹੜੇ ਲੋਕ ਨੇ ਜੋ ਇਸ ਤਰ੍ਹਾਂ ਦੀਆਂ ਚੀਜ਼ਾਂ ਕਰ ਰਹੇ ਨੇ। ਤੇ ਮੁੱਖ ਮੰਤਰੀ ਸਾਹਿਬ ਸਾਡੇ ਜਿਹੜੇ ਹੈਗੇ ਨੇ ਉਹ ਬਹੁਤ ਸੂਝ ਰੱਖਦੇ ਨੇ ਇਸ ਗੱਲ ਦੇ ਲਈ, ਤੇ ਜੇ ਉਹਨਾਂ ਨੇ ਅੱਜ ਬਿਆਨ ਦਿੱਤਾ ਹੈਗਾ ਤੇ ਲੋਕਾਂ ਨੂੰ ਕਿਹਾ ਹੈਗਾ ਕਿ ਵੀ ਭਾਈ ਇਹ ਗੱਲ ਤੋਂ ਗਰੇਜ਼ ਕਰੋ, ਤਾਂ ਮੈਂ ਸਮਝਦਾ ਕਿ ਸਾਡੇ ਕਲਾਕਾਰ ਭਾਈਚਾਰੇ ਨੂੰ ਵੀ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ। ਸਾਡੇ ਕਲਾਕਾਰ ਭਾਈਚਾਰੇ ਨੂੰ ਜਿਹੜੀ ਤੁਸੀਂ ਕਾਨੂੰਨੀ ਗੱਲ ਕੀਤੀ ਹੈ, ਹਾਂਜੀ ਜੀ ਜਿਹੜੀ ਤੁਸੀਂ ਕਾਨੂੰਨੀ ਗੱਲ ਕੀਤੀ ਹੈ ਉਸ ਬਾਬਤ ਮੈਂ ਐਡਵੋਕੇਟ ਗੁਰਵਿੰਦਰ ਸਿੰਘ ਹੋਰਾਂ ਕੋਲੇ ਜਾਣਾ ਚਾਹੂੰਗਾ। ਤੁਸੀਂ ਗੁਰਵਿੰਦਰ ਜੀ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ, ਜਿਵੇਂ ਪੰਮੀ ਬਾਈ ਜੀ ਕਹਿ ਰਹੇ ਨੇ ਕਿ ਇਸ ਦੀ ਕਾਨੂੰਨੀ ਭਾਸ਼ਾ, ਇਸ ਦੀ ਕਾਨੂੰਨੀ ਡੈਫੀਨੇਸ਼ਨ ਕਿਵੇਂ ਸਮਝਿਆ ਜਾਵੇ, ਕਿਹੜੀ ਚੀਜ਼ ਨੂੰ ਲੱਚਰਤਾ 'ਚ, ਕਿਹੜੀ ਚੀਜ਼ ਨੂੰ ਇਹ ਜਿਹੜਾ ਹੈ ਗੈਂਗਸਟਰ ਪ੍ਰਮੋਸ਼ਨ, ਕਿਹੜੀ ਚੀਜ਼ ਨੂੰ ਹਥਿਆਰਾਂ ਦੇ ਵਿੱਚ ਜਿਹੜਾ ਹੈ ਪ੍ਰਮੋਸ਼ਨ ਦੇ ਹਿਸਾਬ ਨਾਲ ਦੇਖਿਆ ਜਾਵੇ, ਕਾਨੂੰਨ ਇਸ ਬਾਬਤ ਕੀ ਕਹਿੰਦਾ, ਥੋੜਾ ਜਿਹਾ ਇਸ ਤੇ ਚਾਨਣਾ ਪਾਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਮੈਂ ਪੰਮੀ ਬਾਈ ਜੀ ਨਾਲ ਬਿਲਕੁਲ ਸਹਿਮਤ ਹਾਂ ਕਿ ਜਿਹੜੀ ਲੱਚਰਤਾ ਹੈ ਵੀ ਲੱਚਰਤਾ ਨੂੰ ਡਿਫਾਈਨ ਕੀ ਕਰਦਾ ਹੈ ਜੀ। ਲੱਚਰਤਾ ਡਿਫਾਈਨ ਕਿਹੜੇ ਐਕਟ ਦੇ ਅੰਡਰ ਹੁੰਦੀ ਹੈ? ਪੰਡਿਤ ਰਾਓ ਜੀ ਨੇ ਟਾਈਮ ਟੂ ਟਾਈਮ ਬੜੇ ਕੁਐਸਚਨ ਚੁੱਕੇ, ਉਹਦੇ ਉੱਪਰ ਸਾਡੀ ਮਾਨਯੋਗ ਹਾਈ ਕੋਰਟ ਨੇ ਇੱਕ ਬੜੀ ਵੱਡੀ ਜੱਜਮੈਂਟ ਦਿੱਤੀ। ਉਹਦਾ ਕਿ ਪੈਰਾ 28 ਦੇ ਵਿੱਚ ਉਹਨਾਂ ਨੇ ਐਂਡ ਦੇ ਵਿੱਚ ਸਾਰਾ ਲਾਅ ਦੇਖਦੇ ਇੱਕੋ ਗੱਲ ਕਿਹਾ ਵੀ ਇਹ ਗਾਣੇ ਜਿਹੜੇ ਕਿ ਜਿਹਦੇ ਵਿੱਚ ਕੋਈ ਵਾਇਲੈਂਸ ਹੈ, ਗਨ ਹੈ, ਡਰੱਗ ਹੈ, ਸ਼ਰਾਬ ਹੈ, ਕਿ ਇਹ ਪਬਲਿਕ ਪਲੇਟਫਾਰਮ ਤੇ ਨਹੀਂ ਚੱਲਣਗੇ। ਤੁਸੀਂ ਸਮਝ ਗਏ ਜੀ, ਪਬਲਿਕ ਜਗ੍ਹਾ ਤੇ ਲਾਈਵ ਸ਼ੋਜ਼। ਨੰਬਰ 2 ਤੇ ਜਿੰਨੇ ਵੀ ਇਹ ਗਾਣੇ ਨੇ ਜੀ, ਜੋ ਵੀ ਕੋਈ ਹੈ, ਹੁਣ ਗਾਣਿਆਂ ਦੇ 2 ਐਸਪੈਕਟ ਨੇ। ਇੱਕ ਗਾਣੇ ਆਪਣੇ ਟੀਵੀ ਚੈਨਲਾਂ ਤੇ ਚੱਲਦੇ ਨੇ, ਉਹ ਆਲਰੇਡੀ ਉਹਨਾਂ ਲਈ ਇੱਕ ਸੈਟਅਪ ਫਰੇਮਵਰਕ ਹੈ। ਤੁਸੀਂ ਗਨ ਦਿਖਾ ਕੇ ਗਾਣਾ ਨਹੀਂ ਦਿਖਾ ਸਕਦੇ, ਉਹ ਜਾਂ ਬਲਰ ਕੀਤਾ ਹੁੰਦਾ ਜਾਂ ਉਹ ਵਰਡ ਟੀ ਕਰਕੇ ਆਵਾਜ਼ ਆਉਂਦੀ ਬੰਦ ਕੀਤੇ ਹੁੰਦੇ ਆ। ਸੈਕਿੰਡ ਇਹ ਗਾਣੇ ਆਉਂਦੇ ਨੇ ਜੀ ਓਵਰ ਦੀ ਟਾਪ, ਜਿਹੜਾ ਕਿ ਪਲੇਟਫਾਰਮ ਆਨਲਾਈਨ ਹੈ, ਉਹਦੇ ਵਿੱਚ ਆਲਰੇਡੀ ਡਿਸਕ੍ਰਿਪਸ਼ਨ ਹੈ। ਤੁਸੀਂ ਸੁਣਨਾ ਚਾਹੁੰਦੇ ਹੋ ਤਾਂ ਸੁਣ ਸਕਦੇ ਹੋ, ਨਹੀਂ ਸੁਣਨਾ ਤਾਂ ਨਾ, ਤੁਹਾਨੂੰ ਕੋਈ ਸੁਣਾ ਨਹੀਂ ਰਿਹਾ। ਆਪਾਂ ਲਾਅ ਤੋਂ ਬਾਹਰ ਨਹੀਂ ਜਾ ਸਕਦੇ। ਸਾਡੇ ਮਾਨਯੋਗ CM ਸਾਹਿਬ ਦੇ ਐਫਰਟ ਚੰਗਾ, ਪਰ ਉਹ ਵੀ ਲਾਅ ਤੋਂ ਬਾਹਰ ਨਹੀਂ ਜਾ ਸਕਦੇ। ਤੁਹਾਡੇ ਕਹਿਣ ਦਾ ਮਤਲਬ ਹੈ ਕਿ ਇੱਕ ਸੈਂਸਰਸ਼ਿਪ ਹੈਗੀ ਹੈ, ਪਹਿਲੇ ਇੱਕ ਸੈਂਸਰਸ਼ਿਪ ਹੈਗੀ ਹੈ। ਯੈਸ, ਆਲਰੇਡੀ ਮੈਕੈਨਿਜ਼ਮ ਇਨ ਪਲੇਸ ਹੈ ਜੀ। ਸੈਂਟਰਲ ਗਵਰਨਮੈਂਟ ਨੇ ਆਪਣਾ ਸਿਨੇਮੈਟੋਗ੍ਰਾਫਰਸ ਐਕਟ ਬਣਾਇਆ ਜੀ। ਉਹ ਤੋਂ ਬਾਅਦ ਇਹਨਾਂ ਨੇ ਜਿਹੜਾ ਸੈਂਟਰ ਆਪਣੇ ਇਹਨਾਂ ਨੇ ਜਿੰਨੇ OTT ਜਿਹਨੂੰ ਆਪਾਂ ਓਵਰ ਦੀ ਟਾਪ ਪਲੇਟਫਾਰਮ ਕਹਿੰਦੇ ਆਨਲਾਈਨ, ਉਹਨਾਂ ਲਈ ਸੈਲਫ ਸਰਟੀਫਿਕੇਸ਼ਨ ਤੱਕ ਲਿਖਿਆ ਵੀ ਇਹ ਅਡਲਟ ਹੈ, ਯੂਨੀਵਰਸਲ ਹੈ। ਮਤਲਬ ਹਰੇਕ ਚੀਜ਼ ਦੇ ਮੂਹਰੇ ਡਿਸਕਲੇਮਰ ਹੈ। ਬੰਦੇ ਦੀ ਚੁਆਇਸ ਹੈ ਵੀ ਉਹ ਦੇਖਣਾ ਚਾਹੁੰਦਾ ਹੈ ਜਾਂ ਨਹੀਂ ਹੈ। ਪੇਰੈਂਟਸ ਕੰਟਰੋਲ ਕਰ ਸਕਦੇ ਨੇ। ਸੋ ਇਹ ਕੋਈ ਪਬਲਿਕਲੀ ਕੋਈ ਨਹੀਂ ਦੇਖ ਸਕਦਾ, ਕੋਈ ਨਹੀਂ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਦੇਖਣਾ ਹੀ ਦੇਖਣਾ। ਨੋ, ਬਿਲਕੁਲ ਨਹੀਂ। ਲਾਅ ਇਜ਼ ਆਲਰੇਡੀ ਦੇਅਰ, ਇਨ ਪਲੇਸ ਹੈ। ਆਪਾਂ ਨੂੰ ਮਿਸ ਨਾ ਕਰੀਏ, ਉਹਨੂੰ ਮਿਸ ਇੰਟਰਪ੍ਰੀਟ ਨਾ ਕਰੀਏ ਬਿਲਕੁਲ ਵੀ। ਮੇਰੀ ਇਹੀ ਸਾਰਿਆਂ ਤੋਂ ਰਿਕੁਐਸਟ ਹੈ, ਲਾਅ ਆਲਰੇਡੀ ਇਨ ਪਲੇਸ ਹੈ। ਕਿਉਂਕਿ ਗੁਰਵਿੰਦਰ ਜੀ ਸਵਾਲ ਸਭ ਤੋਂ ਜ਼ਿਆਦਾ ਤੁਹਾਡੇ ਕਲਾਇੰਟ ਤੇ ਹੀ ਉੱਠਦੇ ਨੇ। ਸਿੱਧੂ ਮੂਸੇਵਾਲਾ, ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ, ਸਭ ਤੋਂ ਜ਼ਿਆਦਾ ਪਿਛਲੇ ਸਮੇਂ ਦੇ ਵਿੱਚ ਸਵਾਲ ਉਹਨਾਂ ਤੇ ਉੱਠੇ ਨੇ ਗਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ, ਔਰ ਕੇਸ ਤੱਕ ਦਰਜ ਹੋਏ। ਦੇਖੋ ਜੀ, ਮੇਰੇ ਕਲਾਇੰਟ ਦੀ ਮੈਂ ਗੱਲ ਕਰ ਲੈਣਾ। ਉਹਨਾਂ ਨੇ ਹੁਣ ਪਿੱਛੇ ਜੇ ਸਕੇਪ ਗੋਟ ਗਾਣਾ ਗਾਇਆ, ਮੇਰੇ ਖਿਆਲ ਸਾਰਿਆਂ ਨੇ ਸੁਣਿਆ, ਠੀਕ ਹੈ ਜੀ। ਆਪ ਦੀ ਸਾਰੀ ਲੀਡਰਸ਼ਿਪ ਜੋ ਇੱਥੇ ਆਇਆ ਵੀ ਕੋਈ ਰਾਜ ਸਭਾ ਦੀਆਂ ਸੀਟਾਂ ਦਾ ਕੋਈ ਰੌਲਾ ਪਿਆ, ਲੋਕਾਂ ਨੇ ਕੁਐਸਚਨ ਕੀਤੇ, ਉਹਨੇ ਆਪਣੇ ਗਾਣੇ 'ਚੋਂ ਗੱਲ ਕੁਐਸਚਨ ਕੀਤੀ ਤੇ 92 ਦੇ 92 MLA ਟਵੀਟ ਕਰਨ ਲੱਗ ਗਏ। ਪਰ ਕੀ ਇਹਨਾਂ ਨੇ ਕਦੇ SYL ਤੇ BBM ਤੇ ਕਦੇ ਟਵੀਟ ਕੀਤਾ ਕਿਸੇ ਨੇ? ਲਾਅ ਐਂਡ ਆਰਡਰ ਤੇ ਕੀਤਾ? ਨਹੀਂ। ਸੋ ਗਾਣਿਆਂ ਨੂੰ ਮੁੱਦਾ ਕਿਉਂ ਬਣਾ ਰਹੇ ਹੋ? ਕਲਾਕਾਰਾਂ ਨੂੰ ਮੁੱਦਾ ਕਿਉਂ ਬਣਾ ਰਹੇ ਹੋ? ਸਭ ਤੋਂ ਪਹਿਲਾ ਪਰਚਾ ਮੈਂ ਦੱਸਣਾ ਚਾਹੁੰਦਾ ਜੀ 2020 ਦੇ ਵਿੱਚ ਆਪਣੇ ਜਨਮ ਦੇ ਚਲੋ ਮੈਂ ਪਰਚਿਆਂ 'ਚ ਨਹੀਂ ਜ਼ਿਆਦਾ ਜਾਣਾ ਚਾਹੁੰਦਾ ਜੀ, ਲੰਬਾ, ਫਿਰ ਆਪਣਾ ਟਰੈਕ ਡਿਫਰੈਂਟ ਹੋ ਜਾਏਗਾ। ਮੈਂ ਇਹਦਾ ਜਵਾਬ ਗਰਗ ਸਾਹਿਬ ਤੋਂ ਜ਼ਰੂਰ ਲਵਾਂਗਾ। ਜਿਹੜੀ ਗੱਲ ਤੁਸੀਂ ਕੀਤੀ ਹੈ, ਮੈਂ ਪੰਡਤ ਜੀ ਕੋਲ ਇੱਕ ਵਾਰੀ ਜਾਣਾ ਚਾਹੂੰਗਾ। ਪੰਡਤ ਜੀ, ਤੁਸੀਂ ਇਹਨੂੰ ਕਿਵੇਂ ਡਿਫਾਈਨ ਕਰਦੇ ਹੋ? ਤੁਸੀਂ ਲੰਮੇ ਸਮੇਂ ਤੋਂ ਇਸ ਚੀਜ਼ ਦੇ ਨਾਲ ਲੜ ਰਹੇ ਹੋ, ਬਹੁਤ ਵਾਰੀ ਆਪਣੀਆਂ ਇੰਟਰਵਿਊਜ਼ ਹੋਈਆਂ, ਬਹੁਤ ਵਾਰੀ ਆਪਾਂ ਇਹਨਾਂ ਚੀਜ਼ਾਂ ਤੇ ਇਕੱਠੇ ਇੱਕ ਪਲੇਟਫਾਰਮ ਤੇ ਵੀ ਬੈਠੇ, ਅੱਜ ਆਪਾਂ ਫਿਰ ਬੈਠੇ ਆ। ਆਪਣੀ ਕੋਸ਼ਿਸ਼ ਇਹੀ ਹੈ ਕਿ ਜੋ
ਸੀਐਮ ਭਗਵੰਤ ਮਾਨ ਹੋਰਾਂ ਨੇ ਅਪੀਲ ਕੀਤੀ ਹੈ ਉਸ ਅਪੀਲ ਦਾ ਅਸਰ ਹੋਵੇ, ਕਾਰਵਾਈ ਤੱਕ ਨਾ ਜਾਣਾ ਪਵੇ। ਸੋ ਇਹ ਕੋਸ਼ਿਸ਼ ਹੈ। ਸੋ ਤੁਸੀਂ ਇਸ ਨੂੰ ਕਿਸ ਲਿਹਾਜ਼ ਨਾਲ ਦੇਖ ਰਹੇ ਹੋ, ਕਿਉਂਕਿ ਤੁਸੀਂ ਤੇ ਡੇਲੀ ਇਹਨਾਂ ਚੀਜ਼ਾਂ ਦੇ ਨਾਲ ਵਾਸਤਾ ਹੁੰਦੇ ਹੋ? जी बिल्कुल, सब तो पहला मैं मानयोग मुख्यमंत्री श्री भगवंत सिंह साहब का बहुत शुक्रगुजार हाँ जिन्हों ने पंजाब के लोगों ਨੂੰ पंजाब के गायकों ਨੂੰ एक अपील की ने कि ਇਹੋ ਜਿਹਾ ਗਾਣਾ ਆਉਣ ਵਾਲੇ ਸਮੇਂ ਦੇ ਵਿੱਚ ਨਾ ਗਾਵੇ जी। सिर्फ अपील नाल ਜਾਂ ਚੇਤਾਵਨੀ ਨਾਲ ਗੱਲ नहीं मुकदी है, एक ठोस कानून ਜਾਂ कोई पॉलिसी बनाने की लोड़ है। साडी मकसद एको एक है रंगला पंजाब बनाना, जिथे पंजाब पंजाबियत दी उत्सत वाली गाना होवे, सच्चाई दी गुणगान होवे, बाबा नानक दी गुणगान होवे। जेकर इहो जिहा गाना छड़ के तुसी जेकर लच्चर शराबी हथियारी गाना गाओगे उन्हां दे खिलाफ सख्त कार्रवाई होर होने वाली है। मानयोग मुख्यमंत्री होर सख्त होणगे। हुण तक होई है, सरकारी लेवल ते हुई है, बहुत कुछ होया महाराज, बहुत गायक दे खिलाफ FIR दर्ज हुए ने। श्री बराड़ जेल होके वापस मुड़ के आया है ने, होर कुछ गायक लोग जेल जान वाले ने जेडे ड्रग्स दी वरतों करदे ने गाने दे विच। बहुत ही कमाल दे पंजाब दे पुलिस अधिकारी बैठे ने, मानयोग DGP साहब जो UPSC तो सिलेक्शन होके आए ने, ते हरप्रीत सिंह सिद्धू साहब STF चीफ ने कार्रवाई कर रहे ने। आने वाले समय दे विच जेडे गाने दे विच कोई भी जिक्र करदा ड्रग्स दी या दारू दी, उन्हां दे खिलाफ सख्त कार्रवाई होने वाली है। जी गर्ग साहब अपने नाल बैठे ने। गर्ग साहब सारे एस्पेक्ट तुसी सुन ले, मैं इसलिए आखिर ते थोड़े कोल आया क्योंकि जिम्मेवारी अखीर ते आके सत्ताधारी धिर सरकार दे कोल आ जाती है। हाले अपील है मान साहब दी, कह रहे ने कार्रवाई भी होएगी। और एक सवाल मैं उहदा भी जवाब जरूर चाहूँगा जिहड़ा एडवोकेट गुरविंदर सिंह होरां ने कीता भी एक गाना गाया तो उस तो बाद फिर उस ते भी सियासत शुरू हो गई। हालांकि उसका मनशा की सी या क्यों सी वो एक अलग एस्पैक्ट है, पर इस वेले आपां जिहड़ा हथियारी जिक्र कर रहे हैं कि सिर्फ अपील तक ही सीमित है, क्योंकि अपीलां पहलां भी बहुत वारी होईयां ने, अज तक अमल नहीं होया। ਬਰਾੜ ਸਾਹਿਬ ਸਭ ਤੋਂ ਪਹਿਲਾਂ ਤਾਂ ਜਿਹੜਾ ਤੁਸੀਂ ਦੇਖੋ ਕਿ ਪੰਜਾਬ ਦਾ ਜਿਹੜਾ ਨਿਗਾਰ ਹੈ ਉਹ ਪਿਛਲੇ ਸਮੇਂ 'ਚ ਓਵਰਆਲ ਹੋਇਆ, ਨਾ ਕੇਵਲ ਆਰਥਿਕ ਤੌਰ ਤੇ ਬਲਕਿ ਸਾਡਾ ਜਿਹੜਾ ਵਿਰਸਾ ਹੈ ਉਹ ਬੜਾ ਅਮੀਰ ਹੈ। ਇਹੋ ਜਿਹੇ ਬੰਦੂਕ ਕਲਚਰ ਨੇ ਉਸ ਦੇ ਉੱਤੇ ਵੀ ਸੱਟ ਮਾਰੀ ਹੈ, ਉਸ ਨੂੰ ਸੰਭਾਲਣ ਦੀ ਲੋੜ ਹੈ। ਬਿਲਕੁਲ ਸਹੀ ਗੱਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹੋ ਵਿਸ਼ਾ ਛੋਇਆ ਜਿਹਦੀ ਅੱਜ ਪੰਜਾਬ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਮੈਂ ਰੀਅਲੀ ਤੁਹਾਡਾ ਸ਼ੁਕਰਗੁਜ਼ਾਰ ਹੈਗਾ। ਗੱਲ ਤੁਸੀਂ ਕੀਤੀ ਹੈ ਅਪੀਲ ਦੀ, ਤੁਸੀਂ ਗੱਲ ਕੀਤੀ ਹੈ ਦਲੀਲ ਦੀ। ਅਪੀਲ ਵੀ ਕੰਮ ਕਰਦੀ ਹੈ, ਦਲੀਲ ਵੀ ਕੰਮ ਕਰਦੀ ਹੈ, ਪਰ ਉਦੋਂ ਕੰਮ ਕਰਦੀ ਹੈ ਜਦੋਂ ਸੱਚੇ ਦਿਲੋਂ ਕੀਤੀ ਹੋਵੇ। ਤੁਸੀਂ ਦੇਖੋ, ਜੇ ਮੈਂ ਇੱਕ ਰੀਸੈਂਟ ਐਗਜ਼ਾਮਪਲ ਦੇਵਾਂ, ਇੱਕ ਹੋਰ ਅਪੀਲ ਭਗਵੰਤ ਮਾਨ ਜੀ ਨੇ ਕੀਤੀ ਸੀ ਤੇ ਸਾਡੀ ਸਰਕਾਰ ਨੇ ਕੀਤੀ ਸੀ ਕਿ ਪੰਜਾਬ ਦੀ ਜਿਹੜੀਆਂ ਸਰਕਾਰੀ ਜ਼ਮੀਨਾਂ ਲੋਕਾਂ ਨੇ ਨਜਾਇਜ਼ ਤੌਰ ਤੇ ਦੱਬੀਆਂ ਹੋਈਆਂ ਨੇ ਉਹ ਤੁਸੀਂ ਛੱਡ ਦਿਓ, ਠੀਕ ਹੈ ਨਾ, ਵਰਨਾ ਪੁਰਾਣੇ ਖਰਚੇ ਤੇ ਨਵੇਂ ਪਰਚੇ ਲਈ ਤਿਆਰ ਰਹੋ। ਔਰ ਤੁਹਾਡੇ ਸਾਹਮਣੇ ਹੈਗਾ, ਤੁਹਾਡੇ ਕੋਲੇ ਸਾਰੀਆਂ ਰਿਪੋਰਟਸ ਹੈਗੀਆਂ ਨੇ, ਤਕਰੀਬਨ 1100 ਅਸਰ ਹੋਣ ਲੱਗਿਆ ਹੈਗੇ, ਉਹਦਾ ਅਸਰ ਹੋਣ ਲੱਗਿਆ, ਇਹਦੇ ਚ ਕੋਈ ਦੋ ਰਾਏ। ਇਸੇ ਤਰ੍ਹਾਂ ਹਾਂ, ਇਸੇ ਤਰ੍ਹਾਂ ਜਦੋਂ ਤੁਸੀਂ ਸੱਚੇ ਦਿਲੋਂ ਅਪੀਲ ਕਰਦੇ ਹੋ, ਅੱਜ ਪੰਜਾਬ ਨੂੰ ਇਸ ਚੀਜ਼ ਤੋਂ ਬਚਾਉਣ ਦੀ ਲੋੜ ਹੈ, ਕਿਉਂਕਿ ਇਸ ਬੰਦੂਕ ਕਲਚਰ ਦੇ ਨਾਲ ਹਿੰਸਾ ਵੀ ਫੈਲਦੀ ਹੈ, ਨਫ਼ਰਤ ਵੀ ਫੈਲਦੀ ਹੈ ਤੇ ਦੁਸ਼ਮਣੀ ਵੀ ਫੈਲਦੀ ਹੈ। ਔਰ ਜਿਹੜਾ ਨੌਜਵਾਨ ਹੈ ਉਹ ਨੌਜਵਾਨ ਜਲਦੀ ਇਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦਾ, ਕਿਉਂਕਿ ਉਹ ਇਹ ਕਲਾਕਾਰਾਂ ਨੂੰ ਇਹਨਾਂ ਗਾਣੇ ਜਾਨੀ ਕਿ ਜੋ ਗਾਇਕ ਨੇ ਇਹਨਾਂ ਨੂੰ ਇੱਕ ਆਪਣਾ ਆਦਰਸ਼ ਮੰਨਦਾ ਹੈਗਾ, ਔਰ ਉਸ ਦੇ ਮਨ ਦੇ ਉੱਤੇ ਕੋਰੀ ਸਲੇਟ ਹੁੰਦੀ ਹੈ, ਪ੍ਰਭਾਵ ਜਿਹੜਾ ਉਹ ਜਲਦੀ ਪੈ ਜਾਂਦਾ ਹੈਗਾ। तो इस करके ਜਿਹੜਾ ਅੱਜ ਸਾਡੇ ਸਾਹਿਬ ਮੇਰਾ ਸਵਾਲ ਨਾਲ ਇਹ ਵੀ ਹੈ ਕਿ ਕੀ ਸਿਰਫ ਗਾਣਿਆਂ ਤੇ ਰੋਕ ਲਾ ਕੇ ਆਪਾਂ ਨੌਜਵਾਨ ਨੂੰ ਸਹੀ ਸੇਧ ਦੇ ਸਕਦੇ ਹਾਂ, ਕਿਉਂਕਿ ਮੁੱਦੇ ਤਾਂ ਉਹਦੇ ਨਾਲ ਨੌਜਵਾਨਾਂ ਦੇ ਰੋਜ਼ਗਾਰ ਦੇ ਹੈ, ਹੋਰ ਬੜਾ ਕੁਝ ਜੁੜਿਆ ਹੋਇਆ ਕਿ ਉਹਨਾਂ ਨੂੰ ਕਿਹੜੇ ਪਾਸੇ ਲਾਉਣਾ ਹੈ। ਇਸ ਦੇ ਲਈ ਸਰਕਾਰਾਂ ਨੂੰ ਸਿਰਫ ਗਾਣਿਆਂ ਤੇ ਰੋਕ ਤੋਂ ਅੱਗੇ ਵੱਧ ਕੇ ਕਦਮ ਚੱਕਣੇ ਪੈਣੇ ਆ। ਬਰਾੜ ਸਾਹਿਬ, ਹਰ ਇੱਕ ਚੀਜ਼ ਇੱਕ ਦੂਜੇ ਨਾਲ ਜੁੜੀ ਹੋਈ ਹੈ। ਮੈਂ ਇਸੇ ਕਰਕੇ ਮੇਰਾ ਸਵਾਲ ਕਰਨ ਦਾ ਮਤਲਬ ਹੀ ਉਹ ਹੈ, ਮੈਂ ਜਾਣਬੁੱਝ ਕੇ ਇਸੇ ਕਰਕੇ ਆਰਥਿਕਤਾ ਦੀ ਗੱਲ ਛੇੜੀ ਸੀ। ਜੇਕਰ ਸਪੋਜ਼ ਕਰੋ ਜਿਹੜੇ ਸਮਾਜ ਦੇ ਵਿੱਚ, ਜਿਹੜੇ ਸੂਬੇ ਦੇ ਵਿੱਚ ਹਿੰਸਾ ਫੈਲਦੀ ਹੋਵੇ, ਨਫ਼ਰਤ ਹੁੰਦੀ ਹੋਵੇ, ਦੁਸ਼ਮਣੀਆਂ ਹਨ, ਉੱਥੇ ਕਿਵੇਂ ਨਵੀਆਂ ਫੈਕਟਰੀਆਂ ਲੱਗ ਜਾਣਗੀਆਂ, ਕੌਣ ਇਨਵੈਸਟ ਕਰੇਗਾ, ਕਿਵੇਂ ਨੌਕਰੀਆਂ ਮਿਲਣਗੀਆਂ, ਕਿਵੇਂ ਰੁਜ਼ਗਾਰ ਪੈਦਾ ਹੋਏਗਾ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਕ ਦੂਜੇ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਨੇ, ਸਾਨੂੰ ਦੇ ਵਿੱਚ ਨਹੀਂ ਦੇਖਣਾ ਚਾਹੀਦਾ। ਭਾਵੇਂ ਕੋਈ ਕਿਸੇ ਧਰਮ ਨੂੰ ਬਿਲੋਂਗ ਕਰਦਾ, ਕਿਸੇ ਪਾਰਟੀ ਨੂੰ ਬਿਲੋਂਗ ਕਰਦਾ, ਕਿਸੇ ਨੂੰ ਵੀ ਬਿਲੋਂਗ ਕਰਦਾ, ਪੰਜਾਬ ਸਾਰਾ ਸਾਡਿਆਂ ਦਾ ਸਾਂਝਾ ਹੈਗਾ, ਔਰ ਪੰਜਾਬ ਨੂੰ ਅੱਜ ਇਸ ਦੇ ਵਿੱਚੋਂ ਕੱਢਣ ਦੀ ਜਿਹੜੀ ਜ਼ਰੂਰਤ ਹੈ। ਇਸੇ ਕਰਕੇ ਸਰਦਾਰ ਭਗਵੰਤ ਸਿੰਘ ਮਾਨ ਨੇ, ਜਿੱਦਾਂ ਹੁਣ ਪੰਮੀ ਬਾਈ ਨੇ ਵੀ ਬੜੀ ਉਸ ਨੂੰ ਐਪਰੀਸ਼ੀਏਟ ਕੀਤਾ, ਪੰਡਿਤ ਜੀ ਨੇ ਵੀ ਐਪਰੀਸ਼ੀਏਟ ਕੀਤਾ, ਈਵਨ ਕਿਤੇ ਨਾ ਕਿਤੇ
ਐਡਵੋਕੇਟ ਸਾਹਿਬ ਨੇ ਵੀ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਹੈਗਾ ਕਿ ਅੱਜ ਪੰਜਾਬ ਤੇ ਪੰਜਾਬੀਅਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨਹੀਂ, ਕਿਉਂਕਿ ਸਾਡਾ ਵਿਰਸਾ ਬਹੁਤ ਅਮੀਰ ਹੈ, ਇਹੋ ਜਿਹਾ ਵਿਰਸਾ ਤੁਹਾਨੂੰ ਪੂਰੀ ਦੁਨੀਆ ਦੇ ਵਿੱਚ ਨਹੀਂ ਲੱਭਦਾ, ਲੇਕਿਨ ਉਸ ਨੂੰ ਬਚਾਉਣ ਦੀ ਲੋੜ ਹੈ। ਪਰ ਐਡਵੋਕੇਟ ਸਾਹਿਬ ਦੇ ਕਲਾਇੰਟ ਦਾ ਗਾਣਾ ਚੰਗਾ ਨਹੀਂ ਲੱਗਿਆ ਤੁਹਾਡੇ ਲੀਡਰਾਂ ਨੂੰ? ਨਹੀਂ, ਦੇਖੋ ਪਤਾ ਕੀ ਹੈਗਾ, ਉਹਨਾਂ ਨੇ ਗਾਣਾ ਗਾਇਆ ਤੇ ਉਸ ਦੇ ਉੱਤੇ ਜੇਕਰ ਕਿਸੇ ਨੂੰ ਕੁਝ ਚੰਗਾ ਨਹੀਂ ਲੱਗਾ, ਉਹਦੇ ਉੱਤੇ ਯਾਨੀ ਕਿ ਬੋਲਣਾ ਸਾਨੂੰ ਸੰਵਿਧਾਨ ਆਜ਼ਾਦੀ ਦਿੰਦਾ ਹੈਗਾ। ਸਭ ਤੋਂ ਪਹਿਲਾਂ ਉਹਦੇ ਉੱਤੇ ਟਵੀਟ ਮੈਂ ਹੀ ਕੀਤਾ ਸੀ, ਤੁਹਾਨੂੰ ਯਾਦ ਹੋਏਗਾ। ਜੀ ਜੀ ਬਿਲਕੁਲ, ਮੈਂ ਇਸੇ ਲਈ ਤੁਹਾਡੇ ਤੋਂ ਪੁੱਛ ਰਿਹਾ ਹਾਂ। ਉਹ ਸਵਾਲ ਗਰਗ ਸਾਹਿਬ ਇਸ ਲਈ ਉੱਠੇ ਕਿ ਮੁੱਦੇ ਹੋਰ ਬਹੁਤ ਸਾਰੇ ਨੇ, ਉਹਨਾਂ ਦਿਨਾਂ ਦੇ ਵਿੱਚ ਹੋਰ ਪੈਰਲਲ ਇਸ਼ੂ ਚੱਲ ਰਹੇ ਸੀ, ਪਰ ਉਹਨਾਂ ਤੇ ਟਵੀਟ ਘੱਟ ਆਏ ਸੀ, ਔਰ ਸਡਨਲੀ ਸਿੱਧੂ ਮੂਸੇਵਾਲਾ ਦੇ ਗਾਣੇ ਤੇ ਟਵੀਟ ਜ਼ਿਆਦਾ ਆਉਣ ਲੱਗ ਪਏ, ਔਰ ਤੁਸੀਂ ਉਸ ਤੇ ਫਿਰ ਤੁਹਾਡੇ ਤੇ ਸਵਾਲ ਖੜੇ ਹੋ ਗਏ। ਹਾਂ, ਸਭ ਤੋਂ ਪਹਿਲਾਂ ਟਵੀਟ ਮੈਂ ਹੀ ਕੀਤਾ ਸੀ, ਕਿਉਂਕਿ ਉਸ ਗਾਣੇ ਦੇ ਵਿੱਚ ਜਿਹੜੀ ਸ਼ਬਦਾਵਲੀ ਪੰਜਾਬੀਆਂ ਦੇ ਲਈ ਵਰਤੀ ਗਈ ਸੀ, ਮੈਨੂੰ ਉਹਦੇ ਉੱਤੇ ਕਿੰਤੂ ਪਰੰਤੂ ਸੀ। ਇੱਕ ਚੀਜ਼ ਹੋਰ ਤੁਸੀਂ ਦੇਖੋ, ਤੁਸੀਂ ਇਸ ਦੇ ਵਿੱਚ ਆਪਣੀ ਓਪਨਿੰਗ ਰਿਮਾਰਕਸ ਦੇ ਵਿੱਚ ਬਾਈਟ ਤੁਸੀਂ ਅਕਾਲੀ ਦਲ ਦੀ ਦਿਖਾਈ, ਤੁਸੀਂ ਬੀਜੇਪੀ ਦੀ ਵੀ ਦਿਖਾਈ, ਤੇ ਤੁਸੀਂ ਕਾਂਗਰਸ ਦੀ ਵੀ ਦਿਖਾਈ। ਤੁਹਾਨੂੰ ਫਰਕ ਆਪਣੇ ਆਪ ਨਜ਼ਰ ਆਏਗਾ ਕਿ ਜਿਹੜਾ ਹੈਗਾ ਗਨ ਕਲਚਰ ਨੂੰ ਕੌਣ ਪ੍ਰਮੋਟ ਕਰ ਰਿਹਾ। ਮੈਂ ਉਹਨਾਂ ਤੇ ਸਵਾਲ ਨਹੀਂ ਉਠਾ ਰਿਹਾ, ਕਿਉਂਕਿ ਉਹ ਵੀ ਪੰਜਾਬੀ ਨੇ, ਉਹਨਾਂ ਦਾ ਵੀ ਪੰਜਾਬ ਸਾਂਝਾ ਹੈਗਾ। ਪਰ ਮੇਰਾ ਕਹਿਣ ਦਾ ਮਤਲਬ ਹੈਗਾ ਵੀ ਜਿਹੜਾ ਇਹ ਗਨ ਕਲਚਰ ਹੈ ਕਿਸੇ ਦੇ ਫਾਇਦੇ ਦਾ ਨਹੀਂ ਹੈਗਾ। ਪੰਜਾਬ ਨੇ ਬਹੁਤ ਸੰਤਾਪ ਉਡਾਇਆ ਹੈਗਾ ਔਰ ਕਾਲਾ ਦੌਰ ਦੇਖਿਆ ਹੈਗਾ। ਅੱਜ ਦੇ ਦੌਰ ਦੇ ਵਿੱਚ ਵੀ ਜੇ ਅੱਜ ਨਸ਼ਾ ਹੈ, ਜੇ ਗੈਂਗਸਟਰ ਨੇ, ਤੇ ਇਹ ਸਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਗਾਣਿਆਂ ਦਾ ਯੋਗਦਾਨ ਹੈਗਾ। ਔਰ ਇੱਕ ਲਾਸਟ ਗੱਲ ਕਾਨੂੰਨ ਹੈਗਾ, ਹੋ ਸਕਦਾ ਕਾਨੂੰਨ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦੀ ਇਜਾਜ਼ਤ ਹੋਵੇ, ਜਿੱਦਾਂ ਵਕੀਲ ਸਾਹਿਬ ਕਹਿ ਰਹੇ ਨੇ ਕਿ OTT ਪਲੇਟਫਾਰਮ ਤੇ ਉਹ ਕੁਝ ਵੀ ਗਾ ਸਕਦੇ ਹੈਗੇ ਆ, ਦੇਖਣਾ ਨਾ ਦੇਖਣਾ ਉਹ ਤੁਹਾਡੀ ਜ਼ਿੰਮੇਵਾਰੀ ਹੈ। ਇਹੋ ਜਿਹੇ ਗਾਣੇ ਗਾ ਕੇ ਇਹ ਕਲਾਕਾਰ ਪ੍ਰਸਿੱਧੀ ਤਾਂ ਪ੍ਰਾਪਤ ਕਰ ਸਕਦੇ ਨੇ, ਪੈਸੇ ਤਾਂ ਕਮਾ ਸਕਦੇ ਨੇ, ਪਰ ਪੰਜਾਬ ਨੂੰ ਜਾਂ ਸਮਾਜ ਨੂੰ ਕੀ ਦੇਣਾ? ਕੀ ਉਹ ਸਾਡਾ ਫਰਜ਼ ਨਹੀਂ ਹੈ ਕਿ ਪੰਜਾਬ ਉਹਨਾਂ ਕਲਾਕਾਰਾਂ ਦਾ ਨਹੀਂ ਹੈ? ਠੀਕ ਹੈ, ਜਦੋਂ ਇਸ ਨੂੰ ਕਾਨੂੰਨੀ ਐਂਗਲ ਤੋਂ ਦੇਖਦੇ ਆ, ਜਿਹੜੀ ਤੁਸੀਂ ਗੱਲ ਕੀਤੀ ਹੈ ਗੁਰਵਿੰਦਰ ਜੀ, ਮੈਨੂੰ ਲੱਗਦਾ ਤੁਸੀਂ ਇਸ ਦਾ ਜਵਾਬ ਬਿਹਤਰ ਦੇ ਸਕੋਗੇ, ਕਿਉਂਕਿ ਫਿਰ ਇਸ ਦੇ ਵਿੱਚ ਕਿਤੇ ਨਾ ਕਿਤੇ ਮੁੱਦਾ ਜਿਹੜਾ ਹੈਗਾ ਉਹ ਫਰੀडम ਆਫ ਸਪੀਚ ਦਾ ਵੀ ਆ ਜਾਂਦਾ ਹੈ। ਪਿਛਲੇ ਦਿਨਾਂ 'ਚ ਸੁਪਰੀਮ ਕੋਰਟ ਨੇ ਆ ਜਿਹੜਾ ਰੋਕ ਲਾਈ ਹੈ ਸੈਡੀਸ਼ਨ ਵਾਲੇ ਇਸ ਤੇ, ਉਸ ਦੇ ਵਿੱਚ ਗੱਲ ਫਿਰ ਫਰੀडम ਆਫ ਸਪੀਚ ਦੀ ਵੀ ਆ ਜਾਂਦੀ ਹੈ ਕਿ ਅਗਲਾ ਕਹਿੰਦਾ ਅਸੀਂ ਤੇ ਆਪਦੀ ਗੱਲ ਕਹਿਣੇ ਆ, ਫਿਰ ਤੁਸੀਂ ਸਾਡੇ ਗੱਲ ਕਹਿਣ ਤੇ ਰੋਕ ਲਾ। ਕਿਸ ਤਰੀਕੇ ਨਾਲ ਹੁਣ ਕਾਨੂੰਨ ਦੇ ਘੇਰੇ ਦੇ ਅੰਦਰ ਇਸ ਚੀਜ਼ ਨੂੰ ਲਿਆਂਦਾ ਜਾਵੇ? ਦੇਖ ਲੈ ਸਰ, ਪਹਿਲੀ ਗੱਲ ਤਾਂ ਇਹ ਹੈ ਜੀ, ਜਿਹੜੀ ਫਰੀडम ਆਫ ਤੁਹਾਡੀ ਐਕਸਪ੍ਰੈਸ਼ਨ ਹੈ, ਉਸ ਆਨਰੇਬਲ ਸੁਪਰੀਮ ਕੋਰਟ ਨੇ ਸੈਡੀਸ਼ਨ ਲਾਅ ਦੇਖੋ ਨੂੰ ਕਹਿਤਾ ਵੀ ਖਤਮ ਕਰੋ। ਸੈਂਟਰ ਗਵਰਨਮੈਂਟ ਵੀ ਉਹਨਾਂ ਦੇ ਨਾਲ ਸਹਿਮਤ ਹੈ ਵੀ ਤੁਸੀਂ ਖਤਮ ਕਰੋ। ਤੇ ਮੈਂ ਤਾਂ ਕਹਿੰਦਾ ਸੀਐਮ ਮਾਨ ਸਾਹਿਬ ਤਾਂ ਆਪ ਇੱਕ ਆਰਟਿਸਟ ਰਹੇ ਨੇ। ਕੁਲਫੀ ਗਰਮ ਦੇ ਵਿੱਚ ਉਹਨਾਂ ਨੇ ਗਾਇਆ ਵੀ ਜੇ ਕੁੜੀਆਂ ਕੰਡਕਟਰ ਲੱਗ ਜਾਣ ਤਾਂ ਲੋਕ ਭਾੜੇ ਤੇ ਉਤਰਨਗੇ ਹੀ ਨਹੀਂ, ਭਾੜਾ ਹੀ ਨਹੀਂ ਮੋੜਨਗੇ। ਉਹ ਕਿਹੜਾ ਫੋਕਲੋਰ ਸੀ? ਇਹਨਾਂ ਨੇ ਇੱਕ ਐਂਥਮ ਬਣਾਤੀ ਗਾਣੇ ਦੀ ਕਿ ਦਬਦਾ ਕਿੱਥੇ ਹੈ। ਉਹ ਆਪਣੇ ਇੱਕ ਬੜੇ ਨਾਮੀ ਗਾਇਕ ਨੇ ਗਾਣਾ ਗਾਇਆ, ਉਹਨੇ ਬੜੇ ਅਸਲੇ ਤੇ ਗਾਣੇ ਗਾਇਆ, ਉਹ ਕਿਹੜਾ ਫੋਕਲੋਰ ਗਾਣਾ ਵੀ ਦਬਦਾ ਕਿੱਥੇ ਹੈ? ਸੋ ਜਿਹੜੀ ਚੀਜ਼ ਸੂਟ ਕਰਦੀ ਆ ਉਹ ਇਹਨਾਂ ਨੂੰ ਠੀਕ ਲੱਗਦੀ ਹੈ, ਜਿਹੜੀ ਨਹੀਂ ਲੱਗਦੀ ਪਰਚੇ। ਮੈਂ ਇੱਕ ਹੋਰ ਦੇ ਦਿੰਦਾ ਜੀ ਤੁਹਾਨੂੰ ਇਨਫੋਰਮੇਸ਼ਨ, ਸਕੇਪਗੋਟ 2 ਵੀ ਆ ਰਿਹਾ ਜੀ, ਤੇ SYL ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਪੁੱਛਾਂਗੇ, ਠੀਕ ਹੈ ਜੀ, ਪਹਿਲਾਂ ਦੱਸ ਦਿੰਦਾ। ਪਰ ਤੁਸੀਂ ਇੱਕ ਗੱਲ ਹੈ, ਜੇ ਕੋਈ ਉਹ ਲਾਅ ਤੋੜੂਗਾ, ਜੇ ਮੂਸੇਵਾਲਾ ਕੋਈ ਲਾਅ ਤੋੜੂਗਾ ਤਾਂ ਉਹਦੀ ਲਾਅ ਹੈ, ਕਰ ਲਾਂਗੇ। ਮੈਂ ਥੋੜਾ ਕਾਨੂੰਨੀ ਨਹੀਂ ਜੀ, ਉਹ ਲਾਅ ਜੇ ਤੋੜੂਗਾ ਤਾਂ ਉਹ ਲਾਅ ਲਈ ਪੇ ਕਰੂਗਾ। ਯੈਸ ਜੀ, ਉਹ ਲਾਅ ਤੋੜੂਗਾ ਤਾਂ ਪੇ ਕਰੂਗਾ। ਆਪਾਂ ਗੱਲ ਕਰ ਲਿਆ ਵਾਈਡਰ ਗੱਲ ਦੀ। ਮੇਨ ਗੱਲ ਕੀ ਹੈ ਜੀ, ਅਨਐਮਪਲੋਇਮੈਂਟ ਹੈ। ਯੂਥ ਨੂੰ ਇੰਪਲੋਇਮੈਂਟ ਦਿਓ, ਯੂਥ ਦਾ ਜਿਹੜਾ ਕਿ ਮਾਈਂਡ ਹੈ ਸੈਟਅਪ ਕਰਕੇ ਗੇਮਸ ਸਪੋਰਟਸ ਵਾਲੇ ਪਾਸੇ ਉਹਨਾਂ ਨੂੰ ਲਾਓ, ਠੀਕ ਹੈ ਨਾ ਜੀ, ਸਾਰੇ ਪਾਸੇ। ਜੇ ਦੇਖਿਆ ਜਾਵੇ ਹੁਣ ਗਨ ਕਲਚਰ ਦੀ ਗੱਲ ਕਰਦੇ ਹਾਂ, ਮੈਕਸਿਮਮ ਮੈਟਲ 올림픽ਸ ਕਾਮਨਵੈਲਥ ਦੇ ਵਿੱਚ ਕਿਹੜੇ ਦੱਸੋ ਮੈਨੂੰ, ਕਿਹੜੀ ਉਹਦੇ ਵਿੱਚ ਨੇ ਫੀਲਡ 'ਚ? ਗਨਸ ਦੇ ਵਿੱਚ ਹੀ ਨੇ ਜੀ। ਜਿਹੜੀ ਸ਼ੂਟਿੰਗ ਸਪੋਰਟ ਹੈ ਸਾਡੇ ਪੰਜਾਬੀਆਂ ਦੇ ਖੂਨ 'ਚ ਹੈ। ਤੁਸੀਂ ਇਹਦੇ ਲਈ ਕੰਮ ਕਰੋ। ਤੁਸੀਂ ਗਾਣਿਆਂ ਦਾ ਸਹਾਰਾ ਲੈ ਕੇ ਲਾਅ ਐਂਡ ਆਰਡਰ ਤੋਂ ਪਰੇ ਨਾ ਜਾਓ। ਬੱਗੇ ਵਾਲਾ ਕੇਸ ਹੋ ਗਿਆ, ਕਿੰਨੀ ਐਮਬੈਰਸਮੈਂਟ ਪੁਲਿਸ ਦੀ ਹੋਈ, ਠੀਕ ਹੈ ਜੀ, ਕਿੰਨੇ ਮੁੱਦੇ ਹੋਰ ਪਏ ਨੇ, ਉਹਨਾਂ ਤੇ ਕੰਮ ਕਰੋ। ਚਲੋ ਆਪਾਂ ਔਰ ਸੀਐਮ ਸਾਹਿਬ ਦਾ ਆਰਟਿਸਟਿਕ ਫਰੀडम ਸਭ ਤੋਂ ਵੱਧ ਜਾਣਦੇ ਆ। ਮੰਮੀ ਬਾਈ ਜੀ ਕੋਲ ਜਾਣਾ ਬਿਲਕੁਲ ਸਹੀ ਠੀਕ ਹੈ, ਠੀਕ ਹੈ ਗੁਰਵਿੰਦਰ ਜੀ, ਆਪਾਂ ਥੋੜਾ ਜਿਹਾ ਬਰੀਫ ਰੱਖੀਏ ਕਾਈਂਡਲੀ। ਗਰਗ ਸਾਹਿਬ ਬਹੁਤ ਛੋਟਾ ਹੈ। ਠੀਕ ਸਰ। ਵਕੀਲ ਸਾਹਿਬ, ਗਨ ਦੇ ਵਿੱਚ ਫਰਕ ਹੁੰਦਾ। ਗਨ ਤੇ ਸਾਡੇ ਫੌਜੀ ਜਵਾਨਾਂ ਕੋਲੇ ਵੀ ਹੈ, ਉਹ ਮੁਲਕ ਦੀ ਰੱਖਿਆ ਕਰਨ ਵਾਸਤੇ ਹੈਗੀ ਹੈ। ਪਰ ਜਿਹੜੇ ਗਨ ਕਲਚਰ ਦੀ ਅਸੀਂ ਗੱਲ ਕਰ ਰਹੇ ਹਾਂ, ਜਾਂ ਪੰਜਾਬ ਪੰਮੀ ਬਾਈ ਹੋਰੀ ਗੱਲ ਕਰ ਰਹੇ, ਜਾਂ ਪੂਰਾ ਪੰਜਾਬ ਗੱਲ ਕਰ ਰਿਹਾ, ਉਹ ਗਨ ਕਲਚਰ ਉਹ ਨਹੀਂ ਹੈਗੀ। ਉਹ ਗਨ ਕਲਚਰ ਹੈਗਾ ਜਿਹੜਾ ਲੋਕਾਂ ਨੂੰ ਕੁਰਾਹੇ ਪਾ ਰਿਹਾ ਹੈ, ਜਿਹੜਾ ਕਿ ਗੈਂਗਸਟਰਾਂ ਨੂੰ ਪ੍ਰਮੋਟ ਕਰ ਰਿਹਾ ਹੈ, ਜਿਹੜਾ ਕਿ ਨਸ਼ਿਆਂ ਨੂੰ ਪ੍ਰਮੋਟ ਕਰ ਰਿਹਾ ਹੈ। ਅਸੀਂ ਉਸ ਗਨ ਕਲਚਰ ਦੀ ਗੱਲ ਕਰ ਰਹੇ ਹਾਂ, ਨਾ ਕਿ ਗਨ ਦਾ ਗਨ ਹੀ ਹੈ। ਚਲੋ ਮੈਂ ਪੰਮੀ ਬਾਈ ਜੀ ਤੋਂ ਇਸ ਤੇ ਕਿਉਂਕਿ ਕਾਫੀ ਗੱਲਾਂ ਬਾਤਾਂ ਹੋਈਆਂ ਨੇ, ਚਾਹੇ ਫਰੀडम ਆਫ ਸਪੀਚ ਦੀ ਗੱਲ ਹੋਵੇ, ਚਾਹੇ ਕਿਉਂਕਿ ਜਿਹੜੇ ਸਿੰਗਰ ਨੇ ਉਹਨਾਂ ਦਾ ਵੀ ਆਪਣਾ ਇੱਕ ਪੇਸ਼ਾ ਹੈ ਜੀ, ਉਹਨਾਂ ਦਾ ਰੁਜ਼ਗਾਰ ਹੈ, ਔਰ ਉਸ ਤਰੀਕੇ ਨਾਲ ਲਾਉਂਦੇ ਨੇ। ਕਿਤੇ ਨਾ ਕਿਤੇ ਮੈਨੂੰ ਲੱਗਦਾ ਅਪੀਲ ਤੇ ਜਿਹੜੀ ਹੈ ਉਹ ਜ਼ਿਆਦਾ ਕਾਰਗਰ ਹੋ ਸਕਦੀ ਹੈ
ਕਾਰਵਾਈ ਨਾਲੋਂ ਤੁਸੀਂ ਸਹਿਮਤ ਹੋ ਪੰਮੀ ਬਾਈ ਜੀ ਇਸ ਨਾਲ? ਮੈਂ ਬਹੁਤ ਸਹਿਮਤ ਹਾਂ ਕਿ ਜਿਹੜੀ ਅਪੀਲ ਹੁੰਦੀ ਹੈ ਇੱਕ ਮੁੱਖ ਮੰਤਰੀ ਸਾਡੇ ਪੰਜਾਬ ਦਾ ਕਰਤਾ ਧਰਤਾ ਨੇ ਤੇ ਸਾਰੀ ਮਸ਼ੀਨਰੀ ਉਹਨਾਂ ਦੇ ਕੰਟਰੋਲ ਤੇ ਚੱਲਦੀ ਆ ਤੇ ਸਾਰੇ ਸਾਡੇ ਕਲਾਕਾਰ ਭਾਈਚਾਰੇ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਜੀ। ਕੁਝ ਆਡੀਓ ਦੇ ਵਿੱਚ ਦਿੱਕਤ ਹੈ ਪੰਮੀ ਬਾਈ ਜੀ, ਮੈਂ ਦੁਬਾਰਾ ਆਉਣਾ ਤੁਹਾਡੇ ਕੋਲੇ, ਕੁਝ ਆਡੀਓ ਦੀ ਪ੍ਰੋਬਲਮ ਹੈ। ਪੰਡਿਤ ਜੀ ਜਿਸ ਪੂਰੇ ਧੁਰੇ ਦੇ ਦੁਆਲੇ ਆਪਾਂ ਘੁੰਮ ਰਹੇ ਹਾਂ, ਬੇਸਿਕਲੀ ਇੱਕੋ ਹੀ ਚੀਜ਼ ਹੈ ਕਿ ਨੌਜਵਾਨਾਂ ਨੂੰ ਸੇਧ ਕਿਸ ਤਰੀਕੇ ਨਾਲ ਦੇਣੀ ਹੈ, ਨੌਜਵਾਨਾਂ ਨੂੰ ਚੰਗੇ ਰਸਤੇ ਚੰਗੇ ਕਦਮ ਚੱਕਣ ਲਈ ਚੰਗੀਆਂ ਚੀਜ਼ਾਂ ਦੇ ਵਿੱਚ, ਔਰ ਉਸ ਦੇ ਵਿੱਚ ਸਭ ਤੋਂ ਵੱਡੀ ਚੀਜ਼ ਹੈ ਉਹਨਾਂ ਦਾ ਰੋਜ਼ਗਾਰ, ਉਹਨਾਂ ਦੀ ਨੌਕਰੀ, ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ, ਕਿਉਂਕਿ ਕਹਿੰਦੇ ਵੀ ਜਦੋਂ ਵਿਹਲਾ ਬੰਦਾ ਹੁੰਦਾ ਜਾਂ ਤੁਸੀਂ ਮੋਬਾਈਲ ਦਾ ਡਾਟਾ ਹੈਗਾ ਤੇ ਬਸ ਇੱਕ ਕੰਮ ਤੇ ਲਾਏ ਹੋਏ ਹੋ ਤਾਂ ਫਿਰ ਇਹੋ ਜਿਹੀਆਂ ਚੀਜ਼ਾਂ ਹੀ ਸਰਫ ਹੁੰਦੀਆਂ ਉਸ ਦੇ ਉੱਪਰ। ਸੋ ਕਿਤੇ ਨਾ ਕਿਤੇ ਇਸ 'ਚ ਵੱਡੇ ਸੰਦਰਭ ਦੇ ਵਿੱਚ ਕਦਮ ਚੱਕਣ ਦੀ ਜ਼ਰੂਰਤ ਹੈ। जी बिल्कुल मानयोग मुख्यमंत्री श्री भगवंत सिंह साहब इसी दिशा ते कार्रवाई कर रहे ने। उन्हों दा मकसद एको एक है रंगला पंजाब बनाना। रंगला पंजाब बनाउण दे दिशे दे विच बहुत सारे कारज करन दी लोड़ है, भावे वो चंगे गाने गाउण लई लोकां नूं उत्साहित करना, ਇਹਦੇ ਨਾਲ ਰੋਜ਼ਗਾਰ ਵੀ ਜੁੜਿਆ ਹੋਇਆ ਮਹਾਰਾਜ। ਜੇਕਰ ਹਰ ਪੱਧਰ ਤੇ ਹਰ ਖੇਤਰ ਤੇ ਹਰ ਪਿੰਡ ਦੇ ਵਿੱਚ ਜੇਕਰ ਚੰਗੇ ਗਾਣਾ ਬਣਾਉਣਗੇ ਲੋਕ ਬਣਾਉਣਗੇ, ਮੈਨੂੰ ਲੱਗਦਾ ਹੈ ਉੱਥੇ ਰੋਜ਼ਗਾਰ ਵੀ ਪੈਦਾ ਹੋਣਗੇ, ਲੋਕ ਸੱਭਿਆਚਾਰ ਨਾਲ ਜੁੜਨਗੇ। ਇਸ ਲਈ ਪਿਛਲੇ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਸੱਭਿਆਚਾਰ ਕਮਿਸ਼ਨ ਵੀ ਬਣਿਆ ਸੀ, ਉਹਨਾਂ ਨੇ ਪਾਲਿਸੀ ਵੀ ਬਣਾਇਆ, ਪਰ ਉਹਨੂੰ ਕਾਰਵਾਈ ਤੌਰ ਤੇ ਉਹਨਾਂ ਨੂੰ ਇੰਪਲੀਮੈਂਟ ਨਹੀਂ ਹੋ ਸਕਿਆ। ਇਸ ਲਈ ਮੈਂ ਬੇਨਤੀ ਕਰਦਾ ਹੈ ਮਾਨਯੋਗ ਮੁੱਖ ਮੰਤਰੀ ਨੂੰ, ਜੇਕਰ ਉਹ ਕੋਈ ਨੀਤੀ ਬਣਾਵੇ, ਕੋਈ ਐਕਟ ਬਣਾਵੇ ਜੋ ਪਰਮਨੈਂਟ ਹੋਵੇ, ਉਹਦੇ ਨਾਲ ਨੌਜਵਾਨ ਨੂੰ ਨੌਕਰੀ ਮਿਲੇ ਜਾਂ ਨੌਜਵਾਨ ਨੂੰ ਉਸ ਦੀ ਫਾਇਦਾ ਹੋਵੇ। ਦੇਖੋ ਮਹਾਰਾਜ ਪੰਜਾਬ ਦੇ ਵਿੱਚ ਇੰਨੇ ਨੌਜਵਾਨ ਗਾਇਕ ਚੰਗੇ ਸਮਾਰਟ ਯੰਗ ਟੈਲੈਂਟਡ ਹੁੰਦੇ ਨੇ, ਭਾਵੇਂ ਸਿੱਧੂ ਮੂਸੇਵਾਲਾ ਹੋਵੇ, ਭਾਵੇਂ ਕਰਨ ਔਜਲਾ ਹੋਵੇ। ਸਿੱਧੂ ਮੂਸੇਵਾਲਾ ਤੇ ਪਰਚਾ ਸਹੀ ਹੋਇਆ ਜਾਂ ਗਲਤ ਹੋਇਆ? ਨਹੀਂ, ਪਰਚੇ ਦੀ ਮੈਂ ਗੱਲ ਨਹੀਂ ਕਰਦਾ, ਉਹਨਾਂ ਦੀ ਜਿਹੜੇ ਕਾਰਵਾਈ, ਦੇਖੋ ਆਪਾਂ ਦੋ ਚੀਜ਼ਾਂ ਦਾ ਜ਼ਿਕਰ ਕਰਦੇ ਹਾਂ, ਇੱਕ ਅਪੀਲ ਦਾ ਜ਼ਿਕਰ ਕਰ ਰਹੇ ਹਾਂ, ਇੱਕ ਕਾਰਵਾਈ ਦਾ ਜ਼ਿਕਰ ਕਰ ਰਹੇ ਹਾਂ। ਅਪੀਲ ਵੀ ਆਪਣੇ ਸਾਹਮਣੇ ਹੈ ਤੇ ਕਾਰਵਾਈ ਵੀ ਆਪਣੇ ਸਾਹਮਣੇ, ਦੋਨੇ ਉਦਾਹਰਨਾਂ ਨੇ। देखो उन्होंने विच चंगी चीज भी देखना पड़ेगा। जेकर सिद्धू मूसेवाला बाबा नानक दी गाना गाऊगा, जेकर बंदा सिंह बहादुर दी वारा सुनाऊगा जो बचपन दे विच सुनांदे सी, वो जेकर गाना वो बंदा सिंह बहादुर दी गाना सुनाऊगा, वारा सुनाऊगा, मैनू लगता है इहदे नाल पंजाब दी उत्सव पूरा दुनिया भर जाओगी, उन्होंने भी पद्मश्री अवार्ड मिलेगी। गुरविंदर जी एक सेकंड मैं गुरविंदर जी, पंमी बाई जी दोबारा जुड़ गए ने। पंमी जी आवाज मेरी ठीक मिल पा रही है? बिल्कुल बराड़, पूरी तेरी आवाज टुणकदी है। हाँ जी थोड़ी विच इंटरप्शन आ गई सी, हुण तुसी अपनी गल कह सकते हो पूरी। बराड़ साहब इत्थे गर्ग साहब बैठे ने, प्रतिनिध ने जो आप दे बुलारे ने, गुरविंदर होनी वकील ने, पंडित जी होनी ने, सारे बंदे आपो अपनियां गल्लां बहुत सियाणियां रख रहे हैं। मैं तो ये दसना चाहना कि जिन्नी देर तक साफ सुथरे कल्चर दी सभ्याचार दी बड़ी लकीर खिंची नहीं जाऊगी पंजाब दी धरती ते, उन्नी देर तक कोई भी ना लचरता ना गन कुछ नहीं हटना, क्योंकि इन्हां नूं रातों रात प्रसिद्धि मिलती है। ते ये सरकार नूं चाहिदा है कि साफ सुथरे गायकां नूं हर थां दे उत्ते प्रमोट करे, हर शहर दे विच, हर जिले दे विच, हर थां दे उत्ते उन्हां दे बोर्ड लावे, ਜਿਹੜੇ ਲੋਕ ਅੱਛਾ ਗਾਉਂਦੇ ਨੇ ਉਹਨਾਂ ਨੂੰ ਲੋਕਾਂ ਦੇ ਸਨਮੁਖ ਪੇਸ਼ ਕਰਨ ਕਿ ਆਹ ਵੀ ਬੰਦੇ ਨੇ, ਤੇ ਜਿਹੜੇ ਬੰਦੇ ਗਲਤ ਗਾਉਂਦੇ ਨੇ ਉਹਨਾਂ ਦੀਆਂ ਪੁੱਠੀਆਂ ਫੋਟੋਆਂ ਲਾ ਕੇ ਤੇ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਲੋਕਾਂ ਨੂੰ ਦਿਖਾਉਣ ਕਿ ਆਹ ਉਹ ਬੰਦੇ ਨੇ ਜਿਹੜੇ ਆਹ ਕੰਮ ਕਰ ਰਹੇ ਨੇ। ਸੋ ਸਰਕਾਰ ਦੇ ਹੱਥ 'ਚ ਬਹੁਤ ਕੁਝ ਹੈਗਾ। ਤੁਹਾਨੂੰ ਪੰਮੀ ਬਾਈ ਜੀ, ਤੁਸੀਂ ਹਮੇਸ਼ਾ ਪੰਜਾਬ ਦੇ ਕਲਚਰ ਨੂੰ ਪ੍ਰਮੋਟ ਕੀਤਾ, ਤੁਹਾਨੂੰ ਇਸ ਚੀਜ਼ ਦਾ ਮਲਾਲ ਰਿਹਾ ਕਿ ਅਸੀਂ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਨਹੀਂ ਕਰਦੇ ਔਰ ਗਲਤ ਚੀਜ਼ ਨੂੰ ਧੜਾ ਧੜ ਅੱਗੇ ਜਿਹੜਾ ਹੈ ਉਹ ਫਾਰਵਰਡ ਕਰੀ ਜਾਂਦੇ ਆ? ਬਿਲਕੁਲ ਕੋਈ ਸ਼ੱਕ ਨਹੀਂ, ਮਲਾਲ ਹੈਗਾ, ਕਿਉਂਕਿ ਸਾਡੇ ਗਾਣੇ ਜਿਹੜੇ ਪਿਛਲੇ ਐਤਕੀ ਵੀ ਜਾਂ ਪਿਛਲੇ ਸਾਲ 'ਚ ਵੀ ਆਏ ਨੇ ਜਾਂ ਤੋਂ ਪਿਛਲੇ ਸਾਲ 'ਚ ਆਏ ਨੇ, ਤੇ ਉਹਨਾਂ ਦੀ ਰੇਸ਼ੋ ਦੇਖ ਲਓ ਤੇ ਗਾਣਿਆਂ ਨੂੰ ਸੁਣ ਲਓ, ਤੇ ਜਿਹੜਾ ਕੋਈ ਲੋਕ ਸੁਣਦੇ ਨੇ ਉਹ ਕਹਿੰਦੇ ਨੇ ਬਾਕਮਾਲ ਗਾਣਾ ਹੈ, ਪਰ ਉਹ ਲੋਕਾਂ ਤੱਕ ਨਹੀਂ ਪਹੁੰਚਦਾ, ਤੇ ਇਸੇ ਕਰਕੇ ਲੋਕ ਫਿਰ ਕਰਾਹੇ ਪੈ ਜਾਂਦੇ ਨੇ। ਪੰਮੀ ਬਾਈ ਤਾਂ ਕਮਿਟਡ ਕਲਾਕਾਰ ਹੈ, ਆਪਦੀ ਮਾਂ ਬੋਲੀ ਦੇ ਲਈ, ਆਪਦੇ ਵਿਰਸੇ ਦੇ ਲਈ। ਮੈਂ ਤੇ ਕੰਮ ਹੀ ਇੱਕ ਪੈਸ਼ਨਰੀ ਤੌਰ ਤੇ ਕਰ ਰਿਹਾ, ਇੱਕ ਮਿਸ਼ਨਰੀ ਤੌਰ ਤੇ ਕਰ ਰਿਹਾ। ਤੇ ਇਸੇ ਤੁਹਾਨੂੰ ਕਦੇ ਨਹੀਂ ਲੱਗਿਆ ਕਿ ਮੈਂ ਵੀ ਫੇਮ ਦੇ ਵਿੱਚ ਅੱਗੇ ਵਧਾਂ ਤੇ ਕੋਈ ਇਹੋ ਜਿਹਾ ਗਾਣਾ ਚੂਜ਼ ਕਰਾਂ ਜਾਂ ਕਦੇ ਆਫਰਾਂ ਹੋਈਆਂ ਹੋਣ?
ਦੇਖੋ ਆਫਰਾਂ ਤੇ ਬਹੁਤ ਜ਼ਿੰਦਗੀ 'ਚ ਹੋਈਆਂ ਨੇ ਤੇ ਮੈਂ ਆਪਦੀਆਂ ਆਫਰਾਂ ਲੋਕਾਂ ਨੂੰ ਦਿੰਦਾ ਰਿਹਾ। ਜੱਸੀ ਗੁਰਦਾਸਪੁਰੀਏ ਨੂੰ ਜਿਹੜਾ ਕੁੜੀ ਗੁਜਰਾਤ ਦੀ ਨਾਲ ਉਹ ਹਿੱਟ ਹੋਇਆ, ਉਹ ਕੈਸਟ ਹੀ ਮੇਰੇ ਤੇ ਕਰਨਾ ਚਾਹੁੰਦੇ ਸੀ, ਪਰ ਮੈਂ ਉਹ ਮੇਰਾ ਛੋਟਾ ਭਰਾ ਹੈ, ਮੈਂ ਉਹਨੂੰ ਉਸ ਕੈਸਟ ਦੇ ਵਿੱਚ ਨੋਮੀਨੇਟ ਕੀਤਾ ਤੇ ਉਹਦੀ ਆਵਾਜ਼ ਦੇ ਵਿੱਚ ਉਹ ਕੈਸਟ ਕਰਾਈ ਤੇ ਉਹ ਅੱਜ ਪੂਰਾ ਨੇਮ ਫੇਮ ਹੈ ਉਹਦੇ ਕੋਲੇ। ਸੋ ਕਹਾਣੀ ਇਹ ਨਹੀਂ ਹੈਗੀ ਬਰਾੜ, ਕਹਾਣੀ ਇਹ ਹੈਗੀ ਹੈ ਕਿ ਮੈਂ ਕਮਿਟਡ ਕਲਾਕਾਰ ਹਾਂ, ਮੈਂ ਪੈਸਿਆਂ ਪਿੱਛੇ ਨਹੀਂ ਭੱਜਦਾ, ਮੈਂ ਸ਼ੋਹਰਤ ਪਿੱਛੇ ਨਹੀਂ ਭੱਜਦਾ। ਇਹ ਦੋਨੇ ਚੀਜ਼ਾਂ ਮੇਰੇ ਪਿੱਛੇ ਭੱਜਦੀਆਂ ਨੇ, ਇਹ ਦੋਨੇ ਚੀਜ਼ਾਂ ਮੇਰੇ ਪਿੱਛੇ ਭੱਜਦੀਆਂ ਨੇ। ਮੈਂ ਰਾਸ਼ਟਰਪਤੀ ਤੋਂ ਲੋਕ ਗਾਇਕੀ ਦੇ ਵਿੱਚ ਅਵਾਰਡ ਲਿੱਤਾ ਹੈ, ਮੈਨੂੰ ਪੰਜਾਬ ਸਰਕਾਰ ਨੇ ਸ਼੍ਰੋਮਣੀ ਅਵਾਰਡ ਦਿੱਤਾ ਹੈ ਤੇ ਮੈਨੂੰ ਫੈਲੋਸ਼ਿਪ ਦਿੱਤੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ, ਤੇ ਹੋਰ ਮੈਨੂੰ ਕੀ ਚਾਹੀਦਾ। ਤੇ ਦੁਨੀਆ ਦੇ ਵਿੱਚ ਵੱਸਦੇ ਪੰਜਾਬੀ, ਚਾਹੇ ਉਹ ਸਾਡੇ ਹਿੰਦੁਸਤਾਨ ਦੇ ਪੰਜਾਬੀ ਨੇ, ਚਾਹੇ ਪਾਕਿਸਤਾਨ ਦੇ ਪੰਜਾਬੀ ਨੇ, ਮਨਾਂ ਮੂੰਹ ਹੀ ਪਿਆਰ ਕਰਦੇ ਨੇ। ਇੱਕ ਜਿਹੜਾ ਕਲਾਕਾਰ ਮਾਂ ਬੋਲੀ ਦੇ ਨਾਲ ਤੁਰਿਆ ਹੈਗਾ, ਮਾਂ ਬੋਲੀ ਨੂੰ ਨਿੱਠ ਕੇ ਉਹਦੀ ਸੇਵਾ ਕਰ ਰਿਹਾ ਤੇ ਆਪਦੇ ਸੱਭਿਆਚਾਰ ਨੂੰ, ਆਪਦੇ ਲੋਕ ਨਾਚਾਂ ਨੂੰ, ਆਪਦੀਆਂ ਲੋਕ ਕਲਾਮਾਂ ਨੂੰ, ਆਪਦੇ ਲੋਕ ਸਾਜ਼ਾਂ ਨੂੰ, ਆਪਦੇ ਲੋਕ ਪਹਿਰਾਵੇ ਨੂੰ ਪੂਰੀ ਦੁਨੀਆ 'ਚ ਪ੍ਰਚਲਿਤ ਕਰ ਰਿਹਾ ਤੇ ਲੋਕਾਂ ਨੇ ਮੈਨੂੰ ਇੰਨਾ ਮਾਣ ਦਿੱਤਾ ਹੈ। ਸੋ ਮੈਂ ਤਾਂ ਆਪਦੇ ਵੱਲੋਂ ਇਹੀ ਕਹਾਂਗਾ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ ਕਿ ਸਾਫ਼ ਸੁਥਰੀ ਗਾਇਕੀ ਦੀ ਲੰਮੀ ਲਕੀਰ ਖਿੱਚ ਦਿਓ, ਤਾਂ ਕਿ ਇਹ ਲੋਕ ਜੋ ਲੱਚਰ ਗਾਇਕੀ ਕਰਦੇ ਨੇ ਜਾਂ ਜੋ ਹਥਿਆਰਾਂ ਦੀ ਗਾਇਕੀ ਕਰਦੇ ਨੇ, ਇਹ ਬੌਣੇ ਬਣ ਜਾਣ, ਇਹ ਨੀਵੇਂ ਹੋ ਜਾਣ, ਇਹ ਛੋਟੇ ਹੋ ਜਾਣ। ਬੜੀ ਵਾਜਬ ਗੱਲ ਹੈ ਗਰਗ ਸਾਹਿਬ, ਬੜੀ ਵਾਜਬ ਗੱਲ ਇਹਨਾਂ ਨੇ ਕੀਤੀ ਹੈ। ਇਸੇ ਕਰਕੇ ਮਾਣ ਹੈ ਪੰਮੀ ਬਾਈ ਹੋਰਾਂ ਤੇ, ਹਰਭਜਨ ਮਾਨ, ਜਸਬੀਰ ਜੱਸੀ ਹੋਰੀ, ਸਤਿੰਦਰ ਸਰਤਾਜ, ਬਹੁਤ ਕਲਾਕਾਰ ਨੇ ਜਿਹੜਾ ਐਦਾਂ ਨਹੀਂ ਹੈ ਕਿ ਉਸ ਦੇ ਵਿੱਚ ਕੋਈ ਕਮੀ ਹੈ। ਪੈਰਲਲ ਉਹਨਾਂ ਦਾ ਵੀ ਇੱਕ ਔਰਾ ਹੈ ਔਰ ਉਹਨਾਂ ਨੂੰ ਵੀ ਲੋਕ ਸੁਣਦੇ ਨੇ, ਪਰ ਕਿਤੇ ਨਾ ਕਿਤੇ ਮਲਾਲ ਰਹਿ ਜਾਂਦਾ ਹੈ ਜਦੋਂ ਐਸੇ ਜਿਹੜੇ ਗਨ ਕਲਚਰ ਵਾਲੇ ਜਾਂ ਲੱਚਰ ਗਾਇਕੀ ਆ ਉਹਨਾਂ ਦੇ ਮਿਲੀਅਨ ਬਿਲੀਅਨਸ ਵਿਊ ਚਲੇ ਜਾਂਦੇ ਨੇ, ਔਰ ਜਦੋਂ ਇੱਕ ਚੰਗਾ ਸੱਭਿਆਚਾਰਕ ਗਾਣਾ ਉਹਨੂੰ ਉਸ ਤਰੀਕੇ ਦੀ ਸਰਾਹਨਾ ਨਹੀਂ ਮਿਲਦੀ। ਅਸੀਂ ਜ਼ਿੰਮੇਵਾਰ ਹਾਂ ਇਸ ਦੇ ਲਈ, ਮੈਂ ਇਹ ਚੀਜ਼ ਐਡਮਿਟ ਕਰਦਾ ਹਾਂ ਔਨ ਸਕਰੀਨ। ਬਿਲਕੁਲ ਬਰਾੜ ਸਾਹਿਬ, ਦੇਖੋ ਸਾਰਾ ਆਪਾਂ ਸਾਰੇ ਹੀ ਜ਼ਿੰਮੇਵਾਰ ਹਾਂ ਉਸ ਦੇ ਲਈ। ਪੰਮੀ ਬਾਈ ਨੇ ਬੜੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਔਰ ਤਾਂ ਮੈਂ ਉਹਨਾਂ ਦੀ ਗੱਲਾਂ ਦੇ ਵਿੱਚ ਉਹਦੇ ਧਿਆਨ ਦੇਣਾ ਬਣਦਾ ਹੈਗਾ। ਔਰ ਬਿਲਕੁਲ ਜਿਵੇਂ ਕਿ ਜੋ ਪੰਮੀ ਬਾਈ ਨੇ ਮੁੱਦੇ ਉਠਾਏ ਨੇ, ਇਹ ਮੁੱਦੇ ਅਸੀਂ ਸਰਕਾਰ ਦੀ ਧਿਆਨ ਦੇ ਵਿੱਚ ਵੀ ਲਿਆਵਾਂਗੇ ਕਿ ਕਿਸ ਤਰੀਕੇ ਨਾਲ ਜਿਹੜੇ ਅੱਛੇ ਕਲਾਕਾਰ ਨੇ ਉਹਨਾਂ ਨੂੰ ਇੱਕ ਵਧੀਆ ਪਲੇਟਫਾਰਮ ਪ੍ਰੋਵਾਈਡ ਕੀਤਾ ਜਾਵੇ, ਪ੍ਰਮੋਟ ਕੀਤਾ ਜਾਵੇ। ਬਿਲਕੁਲ ਬਿਲਕੁਲ ਵਾਜਬ ਗੱਲ ਹੈ। ਹਾਂ, ਇੱਕ ਗੱਲ ਹੋਰ ਜਿਹੜਾ ਹੈ, ਜਿਹੜਾ ਸੰਗੀਤ ਹੈ ਨਾ, ਇਹ ਸਾਡੀ ਰੂਹ ਹੈ, ਇਹ ਸਾਡੀ ਰੂਹ ਦੀ ਸ਼ਕਤੀ ਹੈਗੀ ਹੈ ਔਰ ਨੱਚਣਾ ਕੁੱਦਣਾ ਸਾਡੇ ਸੁਭਾਅ ਦੇ ਵਿੱਚ ਹੈਗਾ। ਕੱਲਾ ਇਹ ਨਹੀਂ ਹੈਗਾ ਕਿ ਗਨ ਕਲਚਰ ਹੀ ਜਾਨੀ ਕਿ ਮਸ਼ਹੂਰ ਹੁੰਦੇ। ਤੁਸੀਂ ਦੇਖੋ ਕੁਲਦੀਪ ਮਾਨ ਵਰਗੇ ਕਲਾਕਾਰ ਵੀ ਹੋਏ ਨੇ, ਜਮਲਾ ਜੱਟ ਵਰਗੇ ਕਲਾਕਾਰ ਵੀ ਹੋਏ ਨੇ, ਜਿਨ੍ਹਾਂ ਦੇ ਗਾਣੇ ਅੱਜ ਵੀ ਲੋਕ ਸੁਣਦੇ ਨੇ। ਲਿਸਟ ਹੈ, ਬੜੀ ਲੰਬੀ ਲਿਸਟ ਹੈਗੀ ਹੈ। ਪੰਮੀ ਬਾਈ ਸਾਡੇ ਸਾਹਮਣੇ ਬੈਠੇ ਹੈਗੇ ਆ, ਪਰ ਗੱਲ ਤੇ ਇਹ ਹੈਗੀ ਹੈ ਕਿ ਜਦੋਂ ਅਸੀਂ ਇੱਕ ਰਾਤੋਂ ਰਾਤ ਪ੍ਰਸਿੱਧੀ ਪ੍ਰਾਪਤ ਕਰਨ ਦੇ ਲਈ, ਕਿਉਂਕਿ ਸਮਾਜ ਦੀਆਂ ਗਾਇਕੀ ਵੀ ਸ਼ਾਰਟਕਟ ਹੋ ਗਿਆ, ਉੱਥੇ ਸ਼ਾਰਟਕਟ ਹੋ ਗਿਆ ਤੇ ਉਸ ਦਾ ਕਿਤੇ ਨਾ ਕਿਤੇ ਜਿਹੜਾ ਹੈਗਾ ਨੁਕਸਾਨ ਤੇ ਸਮਾਜ ਨੂੰ ਹੁੰਦਾ ਹੈ। ਜਿਵੇਂ ਕਿਸੇ ਨੇ ਠੀਕ ਆਖਿਆ, ਕਿਕਰਾਂ ਬੀਜ ਕੇ ਅੰਬ ਕਿੱਥੋਂ ਭਾਲਦੇ ਹਾਂ ਅਸੀਂ। ਸਹੀ ਗੱਲ ਹੈ। ਜੇਕਰ ਅਸੀਂ ਗਾਣੇ ਇਦਾਂ ਦੇ ਪ੍ਰਮੋਟ ਕਰਾਂਗੇ। ਗੁਰਵਿੰਦਰ ਜੀ ਛੋਟਾ ਜਿਹਾ ਕਮੈਂਟ, ਆਪਣੇ ਕੋਲੇ ਸਮਾਂ ਖਤਮ ਹੋ ਗਿਆ, ਛੋਟਾ ਜਿਹਾ ਕਮੈਂਟ। ਭਾਵੇਂ ਚਲੋ ਕੇਸ ਵੱਖਰੀ ਚੀਜ਼ ਨੇ, ਤੁਹਾਡੇ ਕਲਾਇੰਟ ਨੇ, ਫਿਰ ਵੀ ਕਿਤੇ ਨਾ ਕਿਤੇ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਵੀ ਜਿਹੜਾ ਸੱਭਿਆਚਾਰ ਹੈ, ਕਲਚਰ ਹੈ, ਉਸ ਨੂੰ ਪ੍ਰਮੋਟ ਕਰਨ ਦੀ ਜ਼ਿਆਦਾ ਜ਼ਰੂਰਤ ਹੈ ਬਜਾਏ ਸ਼ਾਰਟਕਟ ਲੈਣ ਦੀ। ਸਰ ਬਿਲਕੁਲ, ਜਿਹੜਾ ਸੱਭਿਆਚਾਰ ਆ, ਕਲਚਰ ਹੈ, ਸਾਰਿਆਂ ਨੂੰ ਪਤਾ ਹੈ, ਉਹਨੂੰ ਪ੍ਰਮੋਟ ਕਰਨ ਦੀ ਲੋੜ ਨਹੀਂ, ਸਾਡੇ ਦਿਲ 'ਚ ਹੈ। ਠੀਕ ਹੈ ਜੀ, ਅਸੀਂ ਚਮਕੀਲਾ ਸੁਣ ਕੇ ਆਪਣੇ ਸਕੂਲ ਟਾਈਮ 'ਚ, ਕਾਲਜ ਟਾਈਮ ਪੜ੍ਹੇ ਆ ਤੇ ਅੱਜ ਐਡਵੋਕੇਟ ਬਣੇ ਆ, ਅਸੀਂ ਨਹੀਂ ਕਰਾਹੇ ਤੁਰ ਗਏ। ਬਾਕੀ ਪੰਮੀ ਜੀ ਲਈ ਬਹੁਤ ਰਿਸਪੈਕਟ ਹੈ। ਪਰ ਜਿਹੜੀ ਇਹ ਕਹਿੰਦੇ ਨੇ ਵੀ ਫੋਟੋਆਂ ਪੁੱਠੀਆਂ ਟਾਂਕੀਆਂ ਜੁੱਤੀਆਂ ਪਾਓ, ਇਹ ਕੋਈ ਤਾਲੀਬਾਨ ਨਹੀਂ ਪੰਮੀ ਜੀ, ਲਾਅ ਦੇ ਵਿੱਚ ਰਹਿ ਕੇ ਇਹੀ ਗੱਲ ਹੋਊਗੀ। ਸੀਐਮ ਸਾਹਿਬ ਨੇ ਆਪਣੇ ਟਾਈਮ 'ਚ ਪੋਲੀਟੀਕਲ ਸਟਾਇਰ ਕੀਤਾ, ਲਾਅ ਦੇ ਵਿੱਚ ਕਿਸੇ ਪੋਲੀਟੀਕਲ ਪਾਰਟੀ ਨੇ ਉਹਨਾਂ ਨੂੰ ਕਦੇ ਧਮਕੀ ਨਹੀਂ ਦਿੱਤੀ ਵੀ ਐ ਨਾ ਕਰੋ, ਐ ਨਾ ਹੋਵੇ। ਸੈਂਸਰ ਬੋਰਡ ਤੁਸੀਂ ਅੱਜ ਬਣਾ ਲਓ, ਕੱਲ ਨੂੰ ਤੁਸੀਂ ਕਿਸੇ ਨੂੰ ਕੁਐਸਚਨ ਹੀ ਨਾ ਕਰਨ ਦਿਓ। ਪੰਡਿਤ ਰਾਓ ਨਾਲ ਵੀ ਮੈਂ ਸਹਿਮਤ ਹਾਂ, ਇਹ ਉੱਥੇ ਸਾਰੇ ਪੰਜਾਬੀ ਲਈ ਕੰਮ ਕਰ ਰਹੇ ਨੇ। ਜਿਹੜੀ ਚੀਜ਼ ਕਰਨੀ ਹੈ ਲਾਅ 'ਚ ਰਹਿ ਕੇ ਕਰੋ। ਜੇ ਮੈਂ ਅੱਜ ਕੋਈ ਗਲਤੀ ਕਰੂੰਗਾ ਤਾਂ ਮੈਂ ਉਹਦੇ ਲਈ ਖਾਮਿਆਜ਼ਾ ਤਿਆਰ ਹਾਂ, ਪਰ ਜਿਹੜੀ ਚੀਜ਼ ਪਲੇਟਫਾਰਮ ਹੈ, ਜਿਹੜੀ ਚੀਜ਼ ਕਿਤੇ ਹੈ, ਉਹਨੂੰ ਤੁਸੀਂ ਇੱਕ ਤਰ੍ਹਾਂ ਨਾਲ ਆਪਣੇ ਡੱਬੇ 'ਚ ਬੰਦ ਨਹੀਂ ਕਰ ਸਕਦੇ। ਸੈਲਫ ਸਟਾਈਲਡ ਤੁਸੀਂ ਸੋਸ਼ਲ ਜਿਵੇਂ ਕਹਿ ਸਕਦੇ ਆ, ਪੁਲਿਸ ਨਹੀਂ ਬਣ ਸਕਦੇ। ਲਾਅ ਨੂੰ ਲਾਅ ਰਹਿਣ ਦਿਓ। ਅਪੀਲ ਚੰਗੀ ਗੱਲ ਆ ਮਾਨ ਸਾਹਿਬ ਨੇ ਕੀਤੀ, ਪਰ ਮਾਨ ਸਾਹਿਬ ਆਰਟਿਸਟ ਹੁੰਦੇ ਵੀ ਗੱਲ ਯਾਦ ਰੱਖੋ। ਮੈਂ ਆਖਰੀ ਕਮੈਂਟ ਪੰਡਿਤ ਜੀ ਤੋਂ ਲੈਣੀ। ਠੀਕ ਹੈ, ਠੀਕ, ਆਪਣੇ ਕੋਲ ਸਮਾਂ ਘੱਟ ਹੈ, ਪਲੀਜ਼ ਗੁਰਵਿੰਦਰ ਜੀ। ਪੰਮੀ ਬਾਈ ਜੀ ਛੋਟਾ ਜਿਹਾ ਦੇ ਦਿਓ ਰਿਐਕਸ਼ਨ। ਦੇਖੋ ਗੱਲ ਇਹ ਹੈ, ਗੁਰਮਿੰਦਰ ਵੀ ਵਕੀਲ ਹੈ, ਮੈਂ ਵੀ ਪੇਸ਼ੇ ਤੋਂ ਵਕੀਲ ਹਾਂ ਤੇ ਮੈਂ ਵੀ ਲਾਅ 'ਚ ਰਹਿ ਕੇ ਗੱਲ ਕਰਨਾ ਚਾਹੁੰਦਾ ਕਿ ਸਿਰਫ ਉਹਨਾਂ ਬੰਦਿਆਂ ਦੀਆਂ ਤਸਵੀਰਾਂ ਟੰਗੀਆਂ ਜਾਣ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਨੇ, ਤਾਂ ਕਿ ਲੋਕ ਸ਼ਨਾਖਤ ਕਰਨ ਕਿ ਇਹਨੇ ਚੰਗਾ ਕੀਤਾ ਜਾਂ ਇਹਨੇ
ਪਰ ਸਰ ਡਿਸਾਈਡ ਕੌਣ ਕਰੂਗਾ? ਲਾਅ ਕਰੂਗਾ। ਕਿਸੇ ਦੇ ਡੰਗਣ ਦਾ ਅਖਤਿਆਰ ਨਹੀਂ ਹੈਗਾ, ਇਹ ਤਾਂ ਲੋਕਾਂ ਲਵੇ ਇਖਤਿਆਰ ਹੈ। ਜੇ ਲੋਕਾਂ ਸਰਕਾਰ ਬਦਲ ਸਕਦੇ ਨੇ, ਲੋਕ ਆਪ ਦੀ 92 ਬੰਦੇ ਜਿਤਾ ਕੇ ਸਰਕਾਰ ਬਣਾ ਸਕਦੇ ਨੇ, ਤੇ ਚੰਦ ਇੱਕ ਗਾਇਕਾਂ ਨੂੰ ਬਦਲਣਾ ਕਿੰਨਾ ਔਖਾ ਕੰਮ ਹੈ। ਇਹ ਲੋਕਾਂ ਦੇ ਹੱਥ ਦੀ ਗੱਲ ਹੈਗੀ ਹੈ। ਸੋ ਮੈਂ ਗੁਰਮਿੰਦਰ ਜੀ ਦੇ ਨਾਲ ਸਹਿਮਤ ਹਾਂ ਕਿ ਵਿਦਿਨ ਲਾ ਹੀ ਸਾਰਾ ਕੁਝ ਹੋਣਾ ਚਾਹੀਦਾ। ਟੋਟਲ ਲਾ ਤੋਂ ਬਾਹਰ ਮੈਂ ਵੀ ਨਹੀਂ ਜਾਣਾ ਚਾਹੁੰਦਾ। ਸੋ ਬਾਕੀ ਜਿਹੜਾ ਹੈਗਾ ਗਰਗ ਸਾਹਿਬ ਹੋਣੀ ਸਿਆਣੇ ਨੇ, ਉਹ ਜ਼ਰੂਰ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਕਲਚਰ ਲਈ ਭਗਵੰਤ ਮਾਨ ਸਾਹਿਬ ਹੋਣੀ ਵਾਰਸ ਬਣਨਗੇ ਪੰਜਾਬ ਦੇ, ਤੇ ਪੰਜਾਬ ਦੀ ਇਹ ਜਿਹੜੀ ਤਰਾਸਦੀ ਹੋਈ ਪਈ ਹੈ, ਕਲਚਰ ਡਿਪਾਰਟਮੈਂਟ ਦੀ ਤਰਾਸਦੀ ਹੋਈ ਪਈ ਹੈ, ਟੂਰਿਜ਼ਮ ਦੀ ਤਰਾਸਦੀ ਹੋਈ ਪਈ ਹੈ, ਉਹਦੇ ਲਈ ਕੁਝ ਨਾ ਕੁਝ ਬਜਟ ਰੱਖਣਗੇ ਤਾਂ ਹੀ ਗੱਲ ਤੁਰਨੀ ਆ ਅੱਗੇ, ਨਹੀਂ ਬਿਨਾਂ ਪੈਸਿਆਂ ਤੋਂ ਢੋਲਕੀ ਨਹੀਂ ਖੜਕਣੀ। ਇਹ ਗੱਲ ਮੈਂ ਸਪਸ਼ਟ ਸ਼ਬਦਾਂ 'ਚ ਦੱਸਣੀ ਚਾਹੁੰਦਾ। ठीक है आखिरी कमेंट पंडित जी आप वाइंड अप कर। जी महाराज देखो, मानयोग पंजाब हरियाणा हाईकोर्ट ने 22/7/2019 ਨੂੰ स्पष्ट रूप ਵਿੱਚ निर्देश ਦਿੱਤਾ ਹੋਇਆ ਹੈ ਕਿ ਕਿੱਥੇ ਵੀ ਲੱਚਰ ਸ਼ਰਾਬੀ ਹਥਿਆਰੀ ਗਾਣਾ ਨਹੀਂ ਚੱਲਣਗੇ। ਜੇ ਚੱਲਣਗੇ ਉਹਨਾਂ ਦੇ ਖਿਲਾਫ ਕਾਰਵਾਈ ਹੋਣ ਵਾਲੀ ਹੈ ਜੀ, ਹੋਣ ਵਾਲੀ ਪਬਲਿਕ ਪਲੇਟਫਾਰਮ ਤੇ ਕਿੱਥੇ ਵੀ ਨਹੀਂ ਚੱਲਣਗੇ। ਜੇਕਰ ਚੱਲਣਗੇ ਆ ਜਾਂਦੀ ਹੈ ਨਾ, ਜੋ ਤੁਸੀਂ ਨਿੱਜੀ ਤੌਰ ਤੇ ਸੁਣਦੇ ਹੋ, ਤੁਸੀਂ ਆਪਣੀ ਗੱਡੀ 'ਚ ਸੁਣ ਰਹੇ ਹੋ, ਤੁਸੀਂ ਆਪਣੇ ਫੋਨ ਤੇ ਸੁਣ ਰਹੇ ਹੋ, ਉਹਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰੋ ਜੀ। ਜੇਕਰ YouTube ਤੇ ਚੜਾਏ ਨੇ, ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣ ਵਾਲੀ ਹੈ। ਜੇ ਇੰਟਰਨੈਟ ਸਾਈਟ ਤੇ ਚੜਾਉਂਦੇ ਨੇ, ਉਹ ਸਾਈਬਰ ਕ੍ਰਾਈਮ ਦੇ ਵਿੱਚ ਅਪਰਾਧ ਮੰਨਿਆ ਜਾਵੇਗਾ। ਨਵਾਂ ਕਾਨੂੰਨ ਆਉਣ ਵਾਲੀ ਹੈ, ਮੈਨੂੰ ਲੱਗਦਾ ਹੈ ਇਹ ਸਾਰੇ ਉਹਦੇ ਵਿੱਚ ਹੁਣ ਉਮੀਦ ਲੱਗਦੀ ਹੈ ਫਰਕ ਪਏਗਾ ਬਹੁਤ ਜ਼ਿਆਦਾ। ਮੈਨੂੰ ਬਹੁਤ ਜ਼ਿਆਦਾ ਬਹੁਤ ਸਾਰੇ ਪਾਲਿਸੀ ਬਣਨ ਵਾਲੀ ਨੇ। ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮਾਨਯੋਗ ਮੁੱਖ ਮੰਤਰੀ ਦਾ। ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਾਰਵਾਈ ਕਰਨਗੇ। ਬਹੁਤ ਸਾਰੇ ਆਫੀਸਰ ਬੈਠੇ ਨੇ, ਕਾਰਵਾਈ ਕਰ ਰਹੇ ਨੇ ਪੰਜਾਬ ਪੁਲਿਸ। ਠੀਕ ਹੈ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ। ਗੱਲਬਾਤ ਕਿਉਂਕਿ ਹਰ ਐਂਗਲ ਤੋਂ, ਹਰ ਵਿਊ ਪੁਆਇੰਟ, ਹਰ ਤਰ੍ਹਾਂ ਦਾ ਵਿਚਾਰ ਉਸ ਦੇ ਵਿੱਚ ਹੋਣਾ ਚਾਹੀਦਾ ਹੈ। ਡਿਬੇਟ ਤਾਂ ਹੀ ਚੰਗੀ ਲੱਗਦੀ ਹੈ, ਔਰ ਮੁੱਦੇ ਕੋਸ਼ਿਸ਼ ਹੋਣੀ ਚਾਹੀਦੀ ਹੈ ਸੁਲਝਾਉਣ ਵੱਲ ਜਾਣ ਦੀ, ਨਾ ਕਿ ਉਲਝਾਉਣ ਦਾ ਮਕਸਦ। ਔਰ ਨਿਊਜ਼ 18 ਪੰਜਾਬ ਤੇ ਸਾਡਾ ਅੱਜ ਡਿਬੇਟ ਕਰਨ ਦਾ ਇਹੀ ਮਕਸਦ ਸੀ। ਸ਼ਾਇਦ ਅਗਲੇ ਦਿਨਾਂ ਦੇ ਵਿੱਚ ਇਹਨਾਂ ਗੱਲਾਂ ਨੂੰ ਸੁਣ ਕੇ ਕੁਝ ਨਾ ਕੁਝ ਫਰਕ ਪਵੇ। ਜਿਹੜੇ ਵਿਊਅਰ ਸਾਡੇ ਇਸ ਪੂਰੀ ਡਿਬੇਟ ਨੂੰ ਦੇਖ ਰਹੇ ਨੇ ਔਰ ਸਾਰਿਆਂ ਦੇ ਵਿਚਾਰ ਉਹਨਾਂ ਨੇ ਸੁਣੇ ਨੇ। ਫਿਲਹਾਲ ਅਪੀਲ ਹੈ, ਅਗਲੇ ਦਿਨਾਂ ਦੇ ਵਿੱਚ ਸੀਐਮ ਵੱਲੋਂ ਸਖਤ ਕਾਰਵਾਈ ਵੀ ਕੀਤੀ ਜਾ ਸਕਦੀ ਹੈ, ਇਹ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ। ਸਾਰੇ ਮਹਿਮਾਨਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਖਬਰਾਂ ਦਾ ਸਿਲਸਿਲਾ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਜਾਰੀ ਰਹੇਗਾ।